ਸ਼ਬਦ ਚੱਲ ਰਿਹਾ ਸੀ ਕਿਤੇ ਮੈਂ ਮੰਮਾ ਦੇ ਨਾ ਗੋਡਿਆਂ 'ਤੇ ਨਾ ਹੱਥ ਹੋ ਜਾਂਦਾ ਰਿਹਾ ਸੀ ਇੱਦਾਂ। ਮੇਰੀ ਮੰਮਾ ਕਹਿੰਦੇ ਤੁਹਾਨੂੰ ਤਬਲੇ ਵਾਲਾ ਨਹੀਂ ਨਾ ਮਿਲਦਾ, ਆ ਗਿਆ ਹੁਣ ਤਬਲੇ ਵਾਲਾ ਤੁਹਾਡੇ ਕੋਲ ਇੱਕ ਵਾਰ। ਮੈਨੂੰ ਉਸ ਦਿਨ ਮਹਿਸੂਸ ਹੋਇਆ ਵੀ ਪੈਸੇ ਦੀ ਵੈਲਿਊ ਕੀ ਹੈ। ਤੁਸੀਂ ਮਲੇਸ਼ੀਆ ਦੁਬਈ ਤੱਕ ਤਬਲੇ ਦੀ ਜਿਹੜੀ ਹੈ ਉਹ ਕੌਮਾਂਤਰੀ ਪੱਧਰ ਤੇ ਤੁਸੀਂ ਪਰਫਾਰਮੈਂਸ ਦੇ ਚੁੱਕੇ ਹੋ। ਤੁਸੀਂ ਇਹਦੀ ਸਿਖਲਾਈ ਕਿੱਥੋਂ ਲਈ? ਉਸ ਦਿਨ ਜਦੋਂ ਮੈਂ ਤਬਲਾ ਵਜਾਇਆ ਇੰਨੀ ਸੰਗਤ ਆਈ ਉਸ ਦਿਨ ਵੀ ਕਹਿੰਦੇ ਵੀ ਇੱਕ 3 ਸਾਲ ਦਾ ਬੱਚਾ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ ਹਜੇ ਵੀ ਉਹ ਤਬਲਾ ਵਜਾ ਰਿਹਾ। ਫਾਦਰ ਸਾਹਿਬ ਕਹਿੰਦੇ ਵੀ ਇਹ ਤਾਂ ਬੱਚੇ ਹਿੰਦੀ ਬੋਲਣ ਲੱਗ ਗਏ ਨੇ ਵੀ ਆਪਾਂ ਨੂੰ, ਹਾਂਜੀ ਹਾਂ, ਵੀ ਇਹਨਾਂ ਨੂੰ ਪੰਜਾਬ ਲੈ ਕੇ ਜਾਣਾ, ਵੀ ਮੈਂ ਆਪਣੀ ਸਿੱਖੀ ਨਾਲ ਵੀ ਜੋੜ ਕੇ ਰੱਖਣਾ ਅਤੇ ਪੰਜਾਬੀ ਭਾਸ਼ਾ ਨਾਲ ਵੀ ਜੋੜ ਕੇ ਰੱਖਣਾ। ਉਹ ਦਿਨ ਮਤਲਬ ਮੈਨੂੰ ਐਵੇਂ ਲੱਗਾ ਵੀ ਅਸੀਂ ਇੱਕ ਆਰਟਿਸਟ ਬਣ ਸਕਦੇ ਹਾਂ, ਕਿਉਂਕਿ ਪਹਿਲਾਂ ਤਾਂ ਕਦੀ ਹਮੇਸ਼ਾ ਜਦੋਂ ਵੀ ਤਬਲਾ ਵਜਾਇਆ ਤਾਂ ਸਿਰਫ ਕੀਰਤਨ ਨਾਲ ਹੀ ਤਬਲਾ ਵਜਾਇਆ। ਮੈਂ ਜਦੋਂ ਮਲੇਸ਼ੀਆ ਪਹੁੰਚਿਆ ਨਾ, ਮੈਨੂੰ ਉੱਥੇ ਜਾਣ ਪਛਾਣ ਦੀ ਲੋੜ ਹੀ ਨਹੀਂ ਪਈ। ਉੱਥੇ ਬਹੁਤ ਸਾਰੇ ਤਬਲੇ ਵਾਲੇ ਇੱਕ ਦੂਜੇ ਨੂੰ ਤਬਲੇ ਵਾਲੇ ਨੂੰ ਜਾਣਦੇ ਹੁੰਦੇ। ਪਹਿਲੀ ਵਾਰ ਤਬਲਾ ਕਿੱਥੇ ਵਜਾਇਆ ਸੀ ਤੁਸੀਂ? ਮੈਨੂੰ ਐਵੇਂ ਲੱਗਦਾ ਵੀ ਉਹਦਾ ਛੋਟਾ ਹੈ ਪਰ ਕੰਮ ਬਹੁਤ ਵੱਡਾ ਸਾਡਾ, ਪਰ ਉਹ ਛੋਟੇ ਉਹਦੇ ਵਾਲੇ ਦਾ ਛੋਟਾ ਹੀ ਉਹਦਾ ਵੇਖਦੇ ਨੇ, ਕੰਮ ਨਹੀਂ ਵੇਖਦੇ। ਉਹ ਤਬਲਾ ਮੈਂ ਵਜਾ ਲੈਂਦਾ ਸੀਗਾ ਪਰ ਇੱਕ ਜਿਹਨੂੰ ਕਹਿੰਦੇ ਨੇ ਨਾ ਸਹੀ ਦਿਸ਼ਾ 'ਚ, ਉਹ ਤਬਲਾ ਮੈਨੂੰ ਹਜੇ ਨਹੀਂ ਸੀ ਪਤਾ। ਉਹ ਦਿਨ ਉਹਨਾਂ ਨੇ ਮੈਨੂੰ ਗਾਈਡੈਂਸ ਦੇਣੀ ਸ਼ੁਰੂ ਕੀਤੀ ਅਤੇ ਅੱਜ ਮੈਨੂੰ ਉਹਨਾਂ ਕੋਲ 12 ਸਾਲ ਹੋ ਗਏ ਨੇ ਅਤੇ ਮੇਰੀ ਅੱਜ ਪੰਜਾਬ ਘਰਾਣੇ ਦੀ ਸਿੱਖਿਆ ਤਾਂ ਚੱਲ ਹੀ ਰਹੀ ਹੈ ਤਬਲੇ 'ਚ। ਪਲੱਸ ਉਸ ਤੋਂ ਇਲਾਵਾ ਮੈਨੂੰ ਹੋਰ ਵੀ ਘਰਾਣਿਆਂ ਦੇ ਉਹ ਨਾਲ ਤਬਲੇ ਦੀ ਸਿਖਲਾਈ ਦੇ ਰਹੇ ਨੇ। ਵੀ ਜਿਹੜੀ ਮੇਰੀ ਲਾਈਨ ਵੀ ਨਹੀਂ ਸੀ ਨਾ, ਮੈਂ ਉਸ ਲਾਈਨ ਨੂੰ ਵੀ ਚੂਜ਼ ਕੀਤਾ ਸੀਗਾ। ਮੈਂ ਜਗਰਾਤੇ ਵੀ ਰਾਤ ਵਜਾਏ। ਮਤਲਬ ਮੈਂ ਪਹਿਲੀ ਵਾਰ ਜਦੋਂ ਜਗਰਾਤਾ ਵਜਾਉਣ ਗਿਆ ਸੀ ਤਾਂ ਮੈਨੂੰ ਸਿਰਫ 200 ਰੁਪਇਆ ਹੀ ਮਿਲਿਆ ਸੀਗਾ। ਉਹ ਸਾਨੂੰ ਆਹ ਕਹਿ ਦਿੰਦੇ ਹੁੰਦੇ ਨੇ ਵੀ ਇੱਥੇ ਪਾਣੀ ਵੀ ਪਿਆਓ ਸਾਨੂੰ ਲਿਆ ਕੇ। ਉਹਨਾਂ ਨੇ ਆਹ ਨਹੀਂ ਦੇਖਣਾ ਵੀ ਇੱਕ ਆਰਟਿਸਟ ਹੈ ਜਾਂ ਨਹੀਂ। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਬੀ ਸੋਸ਼ਲ ਅਤੇ ਮੈਂ ਤੁਹਾਡੇ ਨਾਲ ਰਣਦੀਪ ਪੰਧੇਰ। ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸੁਪਨੇ ਦੇਖਦਾ ਹੈ ਅਤੇ ਜਦੋਂ ਕੋਈ ਮੁੰਡਾ ਅਜਿਹੇ ਸੁਪਨੇ ਵੇਖਦਾ ਹੈ ਤਾਂ ਉਹਦੇ ਉੱਤੇ ਜ਼ਿੰਮੇਵਾਰੀਆਂ ਥੋੜ੍ਹੀਆਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਉਹਨੇ ਘਰ ਪਰਿਵਾਰ ਨੂੰ ਵੀ ਚਲਾਉਣਾ ਅਤੇ ਆਪਣੀ ਮਿਹਨਤ ਦੇ ਨਾਲ ਆਪਣੇ ਉਹਨਾਂ ਸੁਪਨਿਆਂ ਨੂੰ ਵੀ ਪੂਰੇ ਕਰਨਾ। ਖਾਸ ਕਰਕੇ ਜੇ ਕਿਸੇ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਕੋਈ ਬੱਚਾ ਕਿਸੇ ਖਾਸ ਮੰਜ਼ਿਲ 'ਤੇ ਪਹੁੰਚਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਕਸ਼ਮਕਸ਼, ਇਹ ਜੱਦੋ-ਜਹਿਦ ਹੋਰ ਵੀ ਜ਼ਿਆਦਾ ਲੰਮੇਰੀ ਹੋ ਜਾਂਦੀ ਹੈ। ਆਮ ਤੌਰ 'ਤੇ ਦੋਨੋਂ ਹੀ, ਚਾਹੇ ਉਹ ਕੁੜੀਆਂ ਹੋਣ ਜਾਂ ਮੁੰਡੇ, ਆਪਣੇ ਸੁਪਨਿਆਂ ਨੂੰ ਪੂਰੀ ਕਰਨ ਲਈ ਬਹੁਤ ਮਿਹਨਤ ਕਰਦੇ ਨੇ, ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਕੁਝ ਖਾਸ ਰਿਆਇਤਾਂ ਉਹ ਜਿਹੜੀਆਂ ਨੇ ਉਹ ਸ਼ਾਇਦ ਸਾਨੂੰ ਕੁੜੀਆਂ ਹੋਣ ਕਰਕੇ ਮਿਲ ਜਾਂਦੀਆਂ, ਪਰ ਮੁੰਡਿਆਂ ਲਈ ਕੁਝ ਸਫ਼ਰ ਜਿਹੜਾ ਹੈ ਉਹ ਜ਼ਿਆਦਾ ਕਸ਼ਮਕਸ਼ ਵਾਲਾ ਹੁੰਦਾ ਹੈ, ਵਧੇਰੇ ਔਖਿਆਈਆਂ ਭਰਿਆ ਹੁੰਦਾ, ਕਿਉਂਕਿ ਉਹਨਾਂ ਦੇ ਉੱਤੇ ਘਰ ਪਰਿਵਾਰਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਹਾਲਾਂਕਿ ਸਾਰੇ ਮਾਮਲਿਆਂ ਦੇ ਵਿੱਚ ਅਸੀਂ ਅਜਿਹਾ ਨਹੀਂ ਕਹਿ ਸਕਦੇ, ਪਰ ਅੱਜ ਜਿਸ ਸ਼ਖਸੀਅਤ ਦੇ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਉਹ ਇੱਕ ਅਜਿਹੇ ਹੀ ਇਨਸਾਨ ਨੇ, ਨਰਿੰਦਰਪਾਲ ਸਿੰਘ। ਇੱਕ ਆਮ ਜਿਹੇ ਪਰਿਵਾਰ ਦਾ ਮੁੰਡਾ ਇਹ ਸੁਪਨਾ ਵੇਖਦਾ ਜਿਹਨੇ ਆਪਣੇ ਮਾਪਿਆਂ ਨੂੰ ਲਗਾਤਾਰ ਸੰਘਰਸ਼ ਕਰਦੇ ਵੇਖਿਆ ਕਿ ਉਹਨੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣੀ ਹੈ ਅਤੇ ਖੁਦ ਵੀ ਆਪਣੀ ਮਿਹਨਤ ਦੇ ਨਾਲ ਕੁਝ ਹਾਸਲ ਕਰਨਾ ਹੈ। ਇਹ ਕਹਾਣੀ ਇੱਕ ਅਜਿਹੀ ਕਹਾਣੀ ਹੈ ਜੋ ਉਹਨਾਂ ਸਾਰੇ ਲੋਕਾਂ ਲਈ ਪ੍ਰੇਰਨਾ ਬਣਦੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਆਰਥਿਕਤਾ ਸਾਡੇ ਅੱਗੇ ਵਧਣ ਦੇ ਰਸਤੇ ਦੇ ਵਿੱਚ ਰੋੜਾ ਉਡਾਉਂਦੀ ਹੈ। ਅਜਿਹੀ ਹੀ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮੈਮ। ਕਿਵੇਂ ਹੋ? ਮੈਂ ਬਹੁਤ ਵਧੀਆ, ਤੁਸੀਂ ਦੱਸੋ, ਸਿਹਤ ਤਾਂ ਠੀਕ ਨੇ? ਬਿਲਕੁਲ ਵਧੀਆ। ਥੈਂਕ ਯੂ। ਬਹੁਤ ਚੰਗਾ ਲੱਗ ਰਿਹਾ ਹੈ ਤੁਹਾਡੇ ਨਾਲ, ਕਿਉਂਕਿ ਇੱਕ ਪੋਜ਼ੀਟਿਵ ਵਾਈਬਸ ਤੁਹਾਨੂੰ ਦੇਖ ਕੇ ਹਮੇਸ਼ਾ ਆਉਂਦੀਆਂ ਕਿ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਬਿਲਕੁਲ ਮੈਮ, ਕੋਸ਼ਿਸ਼ ਕਰਨੀ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ ਤੁਹਾਡੀ, ਕਿਉਂਕਿ ਕੋਸ਼ਿਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਅਤੇ ਨਰਿੰਦਰਪਾਲ, ਸਾਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ? ਜੀ, ਫਸਟ ਆਫ ਆਲ ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸਾਂ ਤਾਂ ਮੇਰਾ ਨਾਮ ਨਰਿੰਦਰਪਾਲ ਸਿੰਘ ਅਤੇ ਮੈਂ ਆਪਣੇ ਪਰਿਵਾਰ ਦਾ ਥੋੜ੍ਹਾ ਜਿਹਾ ਤੁਹਾਨੂੰ ਪਿਛੋਕੜ ਦੱਸਾਂ ਅਤੇ ਮੇਰੇ ਫਾਦਰ ਸਾਹਿਬ ਗੁਰਦੁਆਰੇ ਦੇ ਵਿੱਚ ਰਾਗੀ ਸਿੰਘ ਨੇ
ਜੀ ਤੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਮਤਲਬ ਜਿੰਨਾ ਮੇਰਾ ਦਾਦਕਾ ਪਰਿਵਾਰ ਰਿਹਾ ਉਹ ਥੋੜ੍ਹਾ ਬੈਕਵਰਡ ਏਰੀਏ ਦੇ ਵਿੱਚੋਂ ਸੀਗਾ। ਦੂਜਾ ਥੋੜ੍ਹਾ ਗਰੀਬੀ ਦਾਵੇ ਕਰਕੇ ਸੀਗੇ, ਪਿੱਛੇ ਰਹਿ ਹੀ ਜਾ ਰਹੇ ਸੀਗੇ ਅਸੀਂ। ਪ੍ਰੋਬਲਮ ਸ਼ੁਰੂ ਤੋਂ ਇੱਦਾਂ ਰਹੀ ਕਿ ਦਾਦਕਾ ਪਰਿਵਾਰ ਬਹੁਤ ਵੱਡਾ ਸੀਗਾ ਜੀ। ਫਾਦਰ ਸਾਹਿਬ ਇੱਕ ਸ਼ੁਰੂ ਤੋਂ ਹੀ ਉਹ ਹਮੇਸ਼ਾ ਇੱਦਾਂ ਸੋਚਦੇ ਸੀਗੇ ਵੀ ਮੈਂ ਕੁਛ ਕਰਨਾ ਹੈ, ਵੀ ਜੇ ਮੈਂ ਇਸੇ ਪਿੰਡ 'ਚ ਰਹਿ ਗਿਆ ਜਾਂ ਮੈਂ ਇੱਥੇ ਰਹਿ ਗਿਆ ਤਾਂ ਫਿਰ ਮੈਂ ਸ਼ਾਇਦ ਅੱਗੇ ਨਾ ਕੁਛ ਕਰ ਪਾਵਾਂ। ਫਿਰ ਮੇਰੇ ਫਾਦਰ ਸਾਹਿਬ ਜਦੋਂ 17-18 ਸਾਲ ਦੀ ਏਜ 'ਚ ਸੀਗੇ, ਹਜੇ ਉਦੋਂ ਵਿਆਹ ਵੀ ਨਹੀਂ ਸੀ ਹੋਇਆ, ਅਤੇ ਉਦੋਂ ਉਹ ਪਹਿਲੀ ਵਾਰ ਪਟਿਆਲੇ ਆਏ ਸੀਗੇ। ਪਟਿਆਲੇ ਆਏ ਅਤੇ ਪਟਿਆਲੇ ਆ ਕੇ ਉਹਨਾਂ ਨੇ ਇੱਥੇ ਦੇਖਿਆ ਵੀ ਕੁਛ ਹਜੇ ਇਨਕਮ ਸੋਰਸ ਅੱਛਾ ਨਹੀਂ ਹੈ। ਫਿਰ ਉਹਨਾਂ ਨੇ ਪਾਠ ਸਿੱਖਿਆ, ਪਾਠ ਦੀ ਸੰਥਿਆ ਲੈਣੀ ਸ਼ੁਰੂ ਕੀਤੀ, ਕਿਉਂਕਿ ਸ਼ੁਰੂ ਤੋਂ ਮਤਲਬ ਇੱਕ ਧਾਰਮਿਕ ਮਾਹੌਲ ਸੀਗਾ ਘਰ ਦੇ ਵਿੱਚ। ਤਾਂ ਫਿਰ ਉਹਨਾਂ ਨੇ ਸੰਥਿਆ ਲਿੱਤੀ। ਫਿਰ ਉਹ ਸੰਥਿਆ ਲੈ ਕੇ ਫਿਰ ਕਿਸੇ ਨੇ ਦੱਸਿਆ ਵੀ ਇੱਥੇ ਵੀ ਕੁਛ ਨਹੀਂ ਹੈ, ਤੁਸੀਂ ਇੱਦਾਂ ਕਰੋ ਦਿੱਲੀ ਚਲੇ ਜਾਓ। ਅਤੇ ਇੱਕ 18 ਸਾਲ ਦਾ ਮੁੰਡਾ, ਉਹ ਇਹ ਲਗਭਗ 1970-72 ਦੀ ਗੱਲ ਹੈ, ਬਹੁਤ ਪੁਰਾਣੀ ਗੱਲ ਹੈ। ਅਤੇ ਫਿਰ ਫਾਦਰ ਸਾਹਿਬ ਇੱਥੋਂ ਸਿੱਧਾ ਦਿੱਲੀ ਚਲੇ ਗਏ। ਅਤੇ ਦਿੱਲੀ ਕੋਈ ਵੀ ਵਾਕਫ ਨਹੀਂ ਹੈ ਉਹਨਾਂ ਦਾ। ਪੈਸੇ ਵੀ ਉਸ ਟਾਈਮ ਕਿਸੇ ਤੋਂ ਮੰਗੇ ਉਹਨਾਂ ਨੇ ਉੱਥੇ ਜਾਣ ਲਈ। ਅਤੇ ਫਿਰ ਉੱਥੇ ਜਦੋਂ ਗਏ ਤਾਂ 3-4 ਦਿਨ ਮੈਨੂੰ ਜੋ ਮੇਰੇ ਫਾਦਰ ਸਾਹਿਬ ਨੇ ਦੱਸਿਆ ਵੀ ਉਹਨਾਂ ਨੂੰ ਕਿਤੇ ਰਹਿਣ ਨੂੰ ਜਗ੍ਹਾ ਨਹੀਂ ਮਿਲੀ ਸੀ। ਅਤੇ ਉਹ ਕਦੀ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਵੀ ਹੈਗਾ। ਫਿਰ ਉੱਥੇ ਗਏ। ਉੱਥੇ ਫਿਰ ਜਦੋਂ ਕਹਿੰਦੇ ਨੇ ਨਾ ਗੁਰੂ ਘਰ ਆ ਜੀ, ਦੇ ਗੁਰੂ ਆਪੇ ਹੀ ਫਿਰ ਗੋਦ ਦੇ ਵਿੱਚ ਲੈ ਹੀ ਲੈਂਦਾ। ਅਤੇ ਫਿਰ ਉੱਥੋਂ ਫਿਰ ਬਾਹਰ ਹੀ ਉੱਥੇ ਵਿਹੜੇ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਹੀ ਉਹਨਾਂ ਨੇ 2-3 ਰਾਤਾਂ ਕੱਟੀਆਂ। ਫਾਦਰ ਸਾਹਿਬ ਉੱਥੋਂ ਮਤਲਬ ਉਹਨਾਂ ਨੇ ਕਿਹਾ ਵੀ ਮੈਂ ਕੁਛ ਕਰਨਾ, ਅਤੇ ਉਹ ਕੀ ਕਰਦੇ ਸੀ, ਸਵੇਰੇ ਹੀ ਪੈਦਲ ਨਿਕਲ ਜਾਂਦੇ ਸੀਗੇ, ਕਿਸੇ ਨਾ ਕਿਸੇ ਮੁਹੱਲੇ ਵਿੱਚ ਚਲੇ ਜਾਣਾ ਵੀ ਜੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਜਗ੍ਹਾ ਖਾਲੀ ਮਿਲ ਜੇ। ਅਤੇ ਅਸੀਂ ਮੈਨੂੰ ਸਾਰੇ ਜਾਣੇ ਜਦੋਂ ਇਕੱਠੇ ਬੈਠੇ ਸੀ ਤਾਂ ਮੈਨੂੰ ਦੱਸਿਆ ਫਾਦਰ ਸਾਹਿਬ ਨੇ ਵੀ ਉਹ ਜਦੋਂ ਗਏ ਉੱਥੇ, ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗ੍ਰੰਥੀ ਸਿੰਘ ਸੀਗੇ, ਉਹਨਾਂ ਨੂੰ ਜਾ ਕੇ ਉਹਨਾਂ ਨੇ ਫਤਿਹ ਬੁਲਾਈ ਅਤੇ ਕਹਿੰਦੇ ਵੀ ਬਾਬਾ ਜੀ ਮੈਂ ਇੱਦਾਂ ਨਾ ਥੋੜ੍ਹਾ ਬਹੁਤਾ ਪਾਠ ਕਰ ਲੈਣਾ, ਵੀ ਮੇਰੇ ਬਾਰੇ ਕੁਛ ਜੇ ਇੱਥੇ ਸੇਵਾ ਹੈ ਤਾਂ ਦੱਸੋ। ਅਤੇ ਉਸ ਇਨਸਾਨ ਦਾ ਮਤਲਬ ਬੀਜਿਆ ਹੋਇਆ ਸਾਡਾ ਹਰਾ ਹੋਇਆ। ਉਹਨਾਂ ਦਾ ਨਾਮ ਸੀ ਸਰਦਾਰ ਸਤਨਾਮ ਸਿੰਘ। ਅਤੇ ਉਹਨਾਂ ਨੇ ਮਤਲਬ ਇੱਕ ਮਤਲਬ ਜਿਹਨੇ ਬੰਦੇ ਨੂੰ ਆਪਾਂ ਜਾਣਦੇ ਨਹੀਂ, ਅਣਜਾਣ ਬੰਦੇ ਨੂੰ ਆਪਣੇ ਘਰ ਰੱਖ ਲੈਣਾ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਕਾਕਾ ਤੂੰ ਆ ਸਾਡੇ ਕੋਲ। ਅਤੇ ਉਹਨਾਂ ਨੇ ਫਾਦਰ ਸਾਹਿਬ ਨੂੰ ਘਰੇ ਰੱਖਿਆ ਅਤੇ ਸ਼ਾਮ ਨੂੰ ਪਾਠ ਕੀਤਾ, ਅਤੇ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਾ, ਖੁਸ਼ੀ ਮਹਿਸੂਸ ਹੋਈ, ਕਿਉਂਕਿ ਇੰਨਾ ਸ਼ੁੱਧ ਉਚਾਰਨ ਸੀਗਾ ਫਾਦਰ ਸਾਹਿਬ ਦਾ। ਉਸ ਤੋਂ ਬਾਅਦ ਫਿਰ ਫਾਦਰ ਸਾਹਿਬ ਜਦੋਂ ਮਤਲਬ ਉੱਥੇ ਰਹੇ ਤਾਂ ਫਾਦਰ ਸਾਹਿਬ ਅਖੰਡ ਪਾਠ ਸਾਹਿਬ ਦੀਆਂ ਰੋਲ ਵੀ ਲਾਉਂਦੇ ਰਹੇ। ਫਿਰ ਵੀ ਗੁਜ਼ਾਰਾ ਨਹੀਂ ਸੀ ਹੋ ਪਾਉਂਦਾ। ਫਿਰ ਜਦੋਂ ਕਿਉਂਕਿ ਪਰਿਵਾਰ ਇੰਨਾ ਵੱਡਾ ਸੀਗਾ ਵੀ ਉਸ ਟਾਈਮ ਸ਼ਾਇਦ ਉਹ ਰੁਪਈਏ ਦਾ ਹੀ ਜ਼ਮਾਨਾ ਸੀਗਾ। ਉਦੋਂ 100 ਵਰਗਾ ਜਾਂ 1000 ਵਰਗਾ ਰੁਪਈਆ ਹੁੰਦਾ ਸੀਗਾ ਜਦੋਂ ਮਿਲ ਜਾਂਦਾ ਸੀ ਕਿਸੇ ਨੂੰ। ਫਿਰ ਉਸ ਟਾਈਮ ਫਾਦਰ ਸਾਹਿਬ ਨੇ ਉੱਥੇ ਉਸਤਾਦ ਜੀ ਨੂੰ ਬੇਨਤੀ ਕੀਤੀ, ਸਤਨਾਮ ਸਿੰਘ ਜੀ ਨੂੰ, ਵੀ ਬਾਬਾ ਜੀ ਮੈਨੂੰ ਕੀਰਤਨ ਵੀ ਸਿਖਾਓ। ਫਿਰ ਉਹਨਾਂ ਨੇ ਫਾਦਰ ਸਾਹਿਬ ਨੂੰ ਤਬਲਾ ਵੀ ਸਿਖਾਇਆ ਅਤੇ ਕੀਰਤਨ ਵੀ ਸਿਖਾਇਆ। ਅਤੇ ਮੇਰੇ ਪਾਪਾ ਨੇ ਫਿਰ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ 17 ਸਾਲ ਬਤੌਰ ਤਬਲਾ ਵਾਦਕ ਉੱਥੇ ਸੇਵਾ ਨਿਭਾਈ ਕੀਰਤਨ 'ਤੇ। ਵੀ ਜਿਹੜਾ ਸਤਸੰਗ ਜਥਾ ਹੁੰਦਾ ਬੀਬੀਆਂ ਦਾ ਜਾਂ ਕੋਈ ਵੀ ਰਾਗੀ ਸਿੰਘਾਣਾ ਸੀ ਤਾਂ ਉਹਨਾਂ ਨਾਲ ਬੈਠ ਕੇ ਤਬਲਾ ਵਜਾਉਂਦੇ ਰਹੇ। ਪਰ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਮਤਲਬ ਇੱਕ ਇਨਕਮ ਸੋਰਸ ਨਹੀਂ ਸੀ ਬਣ ਰਿਹਾ। ਫਿਰ ਫਾਦਰ ਸਾਹਿਬ ਵਾਪਸ ਪੰਜਾਬ ਆਏ, ਉਹਨਾਂ ਦਾ ਵਿਆਹ ਵੀ ਹੋ ਗਿਆ। ਮੇਰੀ ਵੱਡੀ ਸਿਸਟਰ ਹੋਈ, ਉਹ ਵੀ ਉੱਥੇ ਹੀ ਬੰਗਲਾ ਸਾਹਿਬ, ਉਦੋਂ ਫਾਦਰ ਸਾਹਿਬ ਉੱਥੇ ਹੀ ਰਹਿੰਦੇ ਸੀਗੇ। ਫਿਰ ਚੱਲਦਾ ਰਿਹਾ ਪਰ ਕੋਈ ਜ਼ਿਆਦਾ ਬੈਨੀਫਿਟ ਨਹੀਂ ਸੀ ਹੋ ਪਾ ਰਿਹਾ, ਕਿਉਂਕਿ ਪਿੱਛੇ ਬੈਕਗਰਾਊਂਡ ਬਹੁਤ ਵੀਕ ਸੀਗੀ।
ਨਾ ਤਾਂ ਸਾਡੇ ਕੋਲ ਆਪਣਾ ਰਹਿਣ ਨੂੰ ਮਕਾਨ ਸੀ, ਨਾ ਕੋਈ ਕੁਛ। ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਪਰੇਸ਼ਾਨ ਕਰਦੇ ਸੀ ਫਾਦਰ ਸਾਹਿਬ ਨੂੰ। ਫਿਰ ਮੇਰੀ ਵੱਡੀ ਸਿਸਟਰ ਹੋਈ, ਦੂਜੀ ਸਿਸਟਰ ਵੀ ਹੋ ਗਈ। ਉਹਨਾਂ ਨੂੰ ਆ ਵੀ ਮਹਿਸੂਸ ਹੁੰਦਾ ਸੀ ਵੀ ਮੇਰੇ ਕੋਲ 2 ਬੇਟੀਆਂ ਨੇ। ਪਰ ਮੇਰੇ ਫਾਦਰ ਸਾਹਿਬ ਜਿੰਨਾ ਕੁ ਮੈਨੂੰ ਸਮਝ ਹੈਗੀ ਆ ਮਿਊਜ਼ਿਕ ਨੂੰ ਲੈ ਕੇ, ਮੇਰੇ ਫਾਦਰ ਸਾਹਿਬ ਬਹੁਤ ਅੱਛਾ ਗਾਉਂਦੇ ਨੇ। ਅਤੇ ਉਹਨਾਂ ਨੇ ਬਸ ਆਹ ਸੋਚਿਆ ਸੀ ਵੀ ਮੈਂ ਆਪਣੀਆਂ ਬੇਟੀਆਂ ਨੂੰ ਨਾ ਘੱਟੋ ਘੱਟ ਵੱਡਾ ਆਰਟਿਸਟ ਬਣਾਉਣਾ। ਅੱਛਾ। ਵੱਡਾ ਆਰਟਿਸਟ ਬਣਾਉਣਾ। ਮੈਂ ਤਾਂ ਉਦੋਂ ਹੈ ਹੀ ਨਹੀਂ ਸੀਗਾ। ਅਤੇ ਫਿਰ ਕਿਸੇ ਸੱਜਣ ਨੇ ਵੀ ਬੇਨਤੀ ਕੀਤੀ, ਮੰਮਾ ਨੂੰ ਕਹਿ ਰਹੇ ਸੀਗੇ, ਦੱਸਿਆ ਸੀ ਮੰਮਾ ਨੂੰ ਵੀ। ਉਸ ਤੋਂ ਬਾਅਦ ਫਿਰ ਮੈਂ ਆਇਆ ਅਤੇ ਫਿਰ ਅਸੀਂ ਉੱਥੇ ਹਿੰਦੀ ਬੋਲਣ ਲੱਗ ਗਏ ਸੀਗੇ। ਅਤੇ ਫਾਦਰ ਸਾਹਿਬ ਕਹਿੰਦੇ ਵੀ ਇਹ ਤਾਂ ਬੱਚੇ ਹਿੰਦੀ ਬੋਲਣ ਲੱਗ ਗਏ ਨੇ, ਵੀ ਆਪਾਂ ਨੂੰ, ਹਾਂਜੀ ਹਾਂ, ਵੀ ਇਹਨਾਂ ਨੂੰ ਪੰਜਾਬ ਲੈ ਕੇ ਜਾਣਾ। ਵੀ ਮੈਂ ਆਪਣੀ ਸਿੱਖੀ ਨਾਲ ਵੀ ਜੋੜ ਕੇ ਰੱਖਣਾ ਅਤੇ ਪੰਜਾਬੀ ਭਾਸ਼ਾ ਨਾਲ ਵੀ ਜੋੜ ਕੇ ਰੱਖਣਾ, ਕਿਉਂਕਿ ਅਸੀਂ ਸਮਝ ਨਹੀਂ ਸੀ ਪਾਉਂਦੇ ਪੰਜਾਬੀ ਕੀ ਹੁੰਦੀ ਆ। ਫਿਰ ਅਸੀਂ ਵਾਪਸ ਪੰਜਾਬ ਆ ਗਏ ਸੀਗੇ। ਫਿਰ ਮੈਂ ਉਦੋਂ 3 ਕੁ ਸਾਲ ਦਾ ਸੀਗਾ ਅਤੇ ਮਤਲਬ ਘਰ ਦੇ ਵਿੱਚ ਸ਼ੁਰੂ ਤੋਂ ਹੀ ਕੀਰਤਨ ਦਾ ਮਾਹੌਲ ਸੀਗਾ। ਵੱਡੀ ਸਿਸਟਰ ਵੀ ਗਾਉਣ ਲੱਗ ਗਏ ਸੀਗੇ। ਫਾਦਰ ਸਾਹਿਬ ਤਾਂ ਹਮੇਸ਼ਾ ਗਾਉਂਦੇ ਸੁਣਦੇ ਹੀ ਰਹਿੰਦੇ ਸੀਗੇ, ਪਾਠ ਵੀ ਕਰਦੇ ਰਹਿੰਦੇ ਸੀਗੇ। ਮੈਂ ਮੰਮਾ ਕੋਲ ਬੈਠਾ ਹੋਇਆ ਸੀਗਾ ਅਤੇ ਉਹਨਾਂ ਦੀ ਗੋਦੀ 'ਚ ਬੈਠਾ ਹੋਇਆ ਸੀ। ਉਹਨਾਂ ਨੇ ਜਲੰਧਰ ਦੂਰਦਰਸ਼ਨ ਲਾਇਆ ਹੋਇਆ ਸੀ ਉਸ ਟਾਈਮ, ਉਹੀ ਚੈਨਲ ਸੀਗਾ ਸਭ ਤੋਂ ਵੱਡਾ ਅਤੇ ਫੇਮਸ। ਅਤੇ ਭਾਈ ਹਰਜਿੰਦਰ ਸਿੰਘ ਜੀ ਦਾ ਸ਼ਬਦ ਚੱਲ ਰਿਹਾ ਸੀਗਾ ਅਤੇ ਮੈਂ ਮੰਮਾ ਦੀ ਗੋਦੀ 'ਚ ਬੈਠਾ। 3 ਕੁ ਸਾਲ, 3.5 ਸਾਲ ਦੀ ਉਮਰ ਸੀਗੀ। ਅਤੇ ਉਸ ਤੋਂ ਬਾਅਦ ਕੀ ਹੋਇਆ ਵੀ ਸ਼ਬਦ ਚੱਲ ਰਿਹਾ, ਉਦੋਂ TV ਵੀ ਨਾ ਗੁਰਦੁਆਰਾ ਸਾਹਿਬ 'ਚ ਲੱਗਾ ਹੋਇਆ ਸੀਗਾ। ਨਹੀਂ ਤਾਂ TV ਤਾਂ ਉਦੋਂ ਵਿਰਲਾ ਹੁੰਦਾ ਸੀਗਾ ਕਿਸੇ ਦੇ ਘਰ। ਗੁਰਦੁਆਰਾ ਸਾਹਿਬ 'ਚ TV ਲੱਗਾ ਹੋਇਆ ਸੀ, ਸ਼ਬਦ ਚੱਲ ਰਿਹਾ ਸੀ। ਕਿਤੇ ਮੈਂ ਮੰਮਾ ਦੇ ਨਾ ਗੋਡਿਆਂ 'ਤੇ ਨਾ ਹੱਥ ਹੋ ਜਾਂਦਾ ਰਿਹਾ ਸੀ ਇੱਦਾਂ। ਅੱਛਾ। ਇੱਦਾਂ ਹੱਥ ਹੋ ਜਾ ਰਿਹਾ ਸੀਗਾ। ਅਤੇ ਮੇਰੇ ਮੰਮਾ ਕਹਿੰਦੇ ਤੁਹਾਨੂੰ ਤਬਲੇ ਵਾਲਾ ਨਹੀਂ ਨਾ ਮਿਲਦਾ, ਆ ਗਿਆ ਹੁਣ ਤਬਲੇ ਵਾਲਾ ਤੁਹਾਡੇ ਕੋਲ ਇੱਕ ਹੋਰ। ਹਾਂ, ਮੇਰਾ ਸਵਾਲ ਇਹੀ ਸੀ ਨਰਿੰਦਰਪਾਲ ਕਿ ਕੁਛ ਤਾਂ ਤੁਹਾਡੇ ਪਿਤਾ ਜੀ ਕਰਕੇ ਜੀ 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 ਤੁਹਾਡੇ ਨਾਲ ਤਬਲਾ ਵਾਦਕ ਇੱਕ ਸ਼ਬਦ ਜੁੜ ਚੁੱਕਾ ਹੈ। ਤੁਸੀਂ ਮਲੇਸ਼ੀਆ, ਦੁਬਈ ਤੱਕ ਤਬਲੇ ਦੀ ਜਿਹੜੀ ਹੈ ਉਹ ਕੌਮਾਂਤਰੀ ਪੱਧਰ 'ਤੇ ਤੁਸੀਂ ਪਰਫੋਰਮੈਂਸ ਦੇ ਚੁੱਕੇ ਹੋ। ਤੁਸੀਂ ਇਹਦੀ ਸਿਖਲਾਈ ਕਿੱਥੋਂ ਲਈ? ਜੀ ਮੈਂ ਆਹੀ ਗੱਲ ਥੋੜ੍ਹਾ ਜਿਹਾ ਜਾਰੀ ਕਰਦਾ ਵੀ ਮੰਮਾ ਨੇ ਵੇਖਿਆ ਵੀ ਮੈਂ ਹੱਥ ਵਜਾ ਰਿਹਾ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਹਨੂੰ ਤਬਲਾ ਸਿਖਾਉਣਾ ਹੈ। ਅਤੇ ਅਚਾਨਕ ਹੀ 2-3 ਦਿਨ ਬਾਅਦ ਨਾ ਉਹ ਸਵੇਰੇ ਕੀਰਤਨ ਕਰਨਾ ਸੀਗਾ, ਤਬਲੇ ਵਾਲਾ ਹੈ ਨਹੀਂ ਸੀ ਕੋਈ। ਉਹ ਪਤਾ ਸੀਗਾ ਵੀ ਹੁਣ ਸਵੇਰੇ ਤਬਲੇ ਵਾਲਾ ਕੋਈ ਹੈ ਨਹੀਂ। ਉਹ ਮੇਰੇ ਅੰਦਰ ਜਿਵੇਂ ਸ਼ੁਰੂ ਤੋਂ ਖੂਨ ਦੇ ਵਿੱਚੋਂ ਜਦੋਂ ਮਿਲਦੀ ਹੈ ਦਾਤ, ਹੈ ਨਾ, ਅਤੇ ਮੈਂ ਰਿਦਮ 'ਚ ਸੀਗਾ ਪਰ ਵਜਾਉਣਾ ਨਹੀਂ ਸੀ ਆਉਂਦਾ। ਉਹ ਫਾਦਰ ਸਾਹਿਬ ਆਹ ਸੋਚਦੇ ਸੀ ਵੀ ਘੱਟੋ ਘੱਟ ਬੀਟ 'ਤੇ ਮਿਲੇਗੀ, ਭਾਵੇਂ ਉਹ ਪ੍ਰੋਪਰ ਨਾ ਮਿਲੇ, ਹੱਥ 'ਤੇ ਬੀਟ 'ਚ ਚੱਲਣਗੇ। ਉਹਨਾਂ ਨੇ ਮੈਨੂੰ ਰਾਤੀ ਬਿਠਾ ਲਿਆ। ਅੱਛਾ, ਮੈਨੂੰ ਵੈਸੇ ਵੀ ਉਹ ਸੌਣ ਵੇਲੇ ਨਾ, ਚੱਲ ਆਹ ਜਿਹੜੀ ਤਾਲ ਬੋਲ, ਚੱਲ ਦੁਬਾਰਾ ਆ ਸੁਣਾ, ਉਹ ਮੈਂ ਕੱਚਾ ਤੋਤਲਾ ਜਿਹਾ ਬੋਲਦਾ ਹੁੰਦਾ ਸੀ ਉਦੋਂ। ਅਤੇ ਫਿਰ ਉਦੋਂ ਮੈਂ ਤਾਲਾਂ ਸੁਣਾਉਣੀਆਂ ਅਤੇ ਬਹੁਤ ਵਧੀਆ ਉਦੋਂ ਬੈਲੈਂਸ ਬਣਿਆ ਹੋਇਆ ਸੀਗਾ। ਉਹਨਾਂ ਨੇ ਮੈਨੂੰ ਮਤਲਬ ਇੱਕ ਜਿਵੇਂ ਛੋਟੇ ਬੱਚੇ ਨੂੰ ਕਹੀਦਾ ਵੀ ਆਪਾਂ ਤੈਨੂੰ ਟੋਫੀ ਦੇਵਾਂਗੇ 10 ਤੱਕ, ਹੈ ਨਾ, ਗਿਣਤੀ ਸੁਣਾ। ਤਾਂ ਫਿਰ ਉਹਨਾਂ ਨੇ ਮੈਨੂੰ ਰਾਤੀ ਇੱਕ ਵਾਰ ਤਾਲ ਯਾਦ ਕਰਾਈ ਅਤੇ ਅਗਲੇ ਦਿਨ ਉਹਨਾਂ ਮੈਨੂੰ ਪ੍ਰੈਕਟਿਸ ਕਰਾਉਣੀ ਸ਼ੁਰੂ ਕਰਤੀ ਸੀਗੀ। ਦਾਦਰਾ ਤਾਲ 6 ਮਾਤਰਾ ਦਾ ਤਾਲ ਹੈ, ਉਹਨਾਂ ਨੇ ਕੀਤੀ। ਅਤੇ ਅਗਲੇ ਦਿਨ ਮੈਂ ਸਵੇਰੇ ਕੀਰਤਨ 'ਚ ਮੈਨੂੰ 2 ਸਿਰਹਾਣੇ ਰੱਖ ਕੇ ਨਾ ਵੱਡਾ ਤਬਲਾ ਹੁੰਦਾ ਸੀ, ਮੈਂ ਉੱਪਰ ਬਹਿ ਗਿਆ, ਮੈਂ ਤਬਲਾ ਵਜਾਇਆ। ਅਤੇ ਉਸ ਦਿਨ ਜਦੋਂ ਮੈਂ ਤਬਲਾ ਵਜਾਇਆ, ਇੰਨੀ ਸੰਗਤ ਆਈ ਉਸ ਦਿਨ ਵੀ ਕਹਿੰਦੇ ਵੀ ਇੱਕ 3 ਸਾਲ ਦਾ ਬੱਚਾ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ ਹਜੇ, ਵੀ ਉਹ ਤਬਲਾ ਵਜਾ ਰਿਹਾ। ਪਹਿਲੀ ਵਾਰ ਤਬਲਾ ਕਿੱਥੇ ਵਜਾਇਆ ਸੀ ਤੁਸੀਂ? ਗੁਰਦੁਆਰਾ ਸਾਹਿਬ 'ਚ। ਮੈਨੂੰ ਲੁਧਿਆਣੇ ਯਾਦ ਹੈ ਵੀ ਧੂਰੀ ਲਾਈਨ 'ਤੇ ਇੱਕ ਗੁਰਦੁਆਰਾ ਹੈ, ਲੁਧਿਆਣਾ ਧੂਰੀ ਲਾਈਨ ਦੇ ਕੋਲ, ਅਤੇ ਉੱਥੇ ਅਸੀਂ ਜੰਮੂ ਕਲੋਨੀ 'ਚ, ਅਤੇ ਉੱਥੇ ਅਸੀਂ ਫਾਦਰ ਸਾਹਿਬ ਉਦੋਂ ਸੇਵਾ ਨਿਭਾ ਰਹੇ ਸੀਗੇ। ਅਤੇ ਉਦੋਂ ਫਿਰ ਮੈਨੂੰ ਇਹ ਗੱਲਾਂ ਮੈਨੂੰ ਮੇਰੇ ਫਾਦਰ ਸਾਹਿਬ ਨੇ ਦੱਸੀਆਂ, ਕਿਉਂਕਿ ਉਦੋਂ ਤਾਂ ਮੈਂ ਬਹੁਤ ਛੋਟਾ ਸੀਗਾ। ਅਤੇ ਉਹ ਦਿਨ ਤੋਂ ਲੈ ਕੇ ਮੇਰੀ ਗਾਈਡੈਂਸ ਸ਼ੁਰੂ ਹੋਈ। ਫਿਰ ਫਾਦਰ ਸਾਹਿਬ ਨੇ ਮੈਨੂੰ ਤਬਲਾ ਸਿਖਾਇਆ। ਮੈਂ ਮਤਲਬ ਇੰਨਾ ਕੁ ਵਧੀਆ ਤਬਲਾ ਵਜਾ ਰਿਹਾ ਸੀਗਾ ਵੀ ਇੱਕ ਲੈਵਲ ਸੀਗਾ ਵੀ ਮੈਂ ਰਾਗੀ ਸਿੰਘਾਂ ਨਾਲ ਬਹੁਤ ਵਧੀਆ ਤਬਲਾ ਵਜਾ ਲੈਂਦਾ ਸੀ। ਫਿਰ ਉਸ ਤੋਂ ਬਾਅਦ ਅਸੀਂ ਵਾਪਸ ਪਟਿਆਲੇ ਆ ਗਏ ਸੀਗੇ। ਪਟਿਆਲੇ ਹੁਣ ਅਸੀਂ ਰਹਿ ਹੀ ਰਹੇ ਹਾਂ।
ਤੇ ਪਟਿਆਲੇ ਆ ਕੇ ਜਦੋਂ ਮੈਂ ਮੇਰੀ ਸਕੂਲ ਦੀ ਨਾਲ ਪੜ੍ਹਾਈ ਸ਼ੁਰੂ ਹੋਈ ਜਿਵੇਂ, ਤੇ ਪੜ੍ਹਾਈ ਦੇ ਵਿੱਚ ਬੜੀਆਂ ਦਿੱਕਤਾਂ ਆਈਆਂ ਮੈਨੂੰ। ਪਰਿਵਾਰ ਦੀ ਆਰਥਿਕਤਾ ਕਰਕੇ ਬਹੁਤ ਜ਼ਿਆਦਾ ਕਮਜ਼ੋਰ ਸੀ, ਕਿਉਂਕਿ ਜਦੋਂ ਤੱਕ ਤਾਂ ਦਿੱਲੀ ਰਹਿ ਰਹੇ ਸੀ ਉਦੋਂ ਫਿਰ ਵੀ ਬੈਲੈਂਸ ਠੀਕ ਸੀਗਾ। ਉਹਦੇ ਵਿੱਚ ਐਦਾਂ ਪ੍ਰੋਬਲਮ ਆਉਂਦੀ ਸੀ ਵੀ ਕਿਉਂਕਿ ਘਰੇ ਚਲੇ ਜਾਂਦਾ ਸੀ, ਆਪਣਾ ਖਰਚਾ ਬਹੁਤਾ ਨਹੀਂ ਸੀ ਹੁੰਦਾ। ਇੱਥੇ ਸਿਰਫ ਅਸੀਂ ਘਰ ਵੀ ਚਲਾਉਣਾ ਤੇ ਆਪਣਾ ਖਰਚਾ ਵੀ ਚਲਾਉਣਾ ਹੈ। ਇੱਥੇ ਫਿਰ ਅਸੀਂ ਘਰ ਦੇ ਵਿੱਚ ਰਹਿੰਦੇ ਸੀ, ਗੁਰਦੁਆਰਾ ਸਾਹਿਬ 'ਚੋਂ ਥੋੜ੍ਹੀ ਜਿਹੀ ਹੈਲਪ ਹੋ ਜਾਂਦੀ ਹੈ ਵੀ ਤੁਹਾਨੂੰ ਰਹਿਣ ਦਾ ਇੱਕ ਜਗ੍ਹਾ ਮਿਲ ਜਾਂਦੀ ਹੈ। ਤੇ ਕਿਰਾਏ ਫਿਰ ਦੇ ਘਰ 'ਚ ਰਹਿ ਰਹੇ ਸੀ, ਅਸੀਂ ਕਿਰਾਏ ਦੇ ਘਰ 'ਚ ਹੀ ਪਟਿਆਲੇ ਰਹਿ ਰਹੇ ਸੀਗੇ। ਤੇ ਫਿਰ ਬਹੁਤ ਮਜਬੂਰੀ ਰਹੀ ਉਸ ਟਾਈਮ। ਤੇ ਮੇਰੀ ਵੱਡੀ ਸਿਸਟਰ ਉਹਨਾਂ ਨੂੰ ਮਤਲਬ ਸਾਡੇ ਕੋਲ ਘਰ ਵੀ ਆ ਕੇ ਸਾਨੂੰ ਉਸਤਾਦ ਸਿਖਾਉਂਦੇ ਰਹੇ ਨੇ। ਉਹਨਾਂ ਨੂੰ ਆ ਸੀ ਵੀ ਮੇਰੇ ਬੱਚੇ ਵਧੀਆ ਸਿੱਖ ਜਾਣ, ਵੀ ਉਹਨਾਂ ਨੂੰ, ਕਿਉਂਕਿ ਫਾਦਰ ਸਾਹਿਬ ਬਹੁਤਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਸੀ, ਪਰ ਆ ਸੀ ਵੀ ਉਹਨਾਂ ਨੂੰ ਵੀ ਮੈਂ ਆਪਣੇ ਬੱਚੇ ਸਟੈਂਡ ਕਰਨੇ ਨੇ, ਪੜ੍ਹਾ ਤੇ ਦੇਵਾਂ ਵੀ ਅਸੀਂ ਨਹੀਂ ਪੜ੍ਹ ਪਾਏ ਕਿਸੇ ਤਰੀਕੇ ਜਾਂ ਕਿਸੇ ਕਾਰਨ ਕਰਕੇ। ਫਿਰ ਜਦੋਂ ਫਾਦਰ ਸਾਹਿਬ ਇੱਥੇ ਅਸੀਂ ਪਟਿਆਲੇ ਆਏ ਤਾਂ ਮੈਨੂੰ ਯਾਦ ਆ ਵੀ ਮੈਂ ਇੱਕ ਵਾਰੀ ਸਕੂਲ 'ਚ ਮੇਰਾ ਟੈਸਟ ਸੀ ਅਗਲੇ ਦਿਨ, ਤੇ ਟੀਚਰ ਨੇ ਕਿਹਾ ਵੀ ਨਾ ਤੁਸੀਂ ਕੱਲ੍ਹ ਨਵੀਂ ਕਾਪੀ ਲੈ ਕੇ ਆਉਣੀ ਹੈ ਵੀ ਉਹਦੇ ਵਿੱਚ ਆ ਟੈਸਟ ਦੇਣਾ ਤੁਸੀਂ। ਤੇ ਮੈਂ ਉਸ ਦਿਨ ਰਾਤੀ ਜਦੋਂ ਕਾਪੀ ਵਾਸਤੇ ਪੈਸੇ ਮੰਗੇ ਤੇ ਮੈਨੂੰ ਯਾਦ ਆ ਵੀ ਪਾਪਾ ਕੋਲ ਹੈ ਨਹੀਂ ਸੀ। ਤੇ ਉਹ ਦਿਨ ਮੈਨੂੰ ਉਸ ਦਿਨ ਮਹਿਸੂਸ ਹੋਇਆ ਵੀ ਪੈਸੇ ਦੀ ਵੈਲਿਊ ਕੀ ਹੈ। ਤੇ ਉਹ ਦਿਨ ਤੇ ਆਹ ਦਿਨ ਫਿਰ ਮੈਂ ਆਪਣੇ ਆਪ ਨੂੰ ਆਹੀ ਸੋਚਿਆ ਵੀ ਮੈਂ ਕੁਛ ਕਰਨਾ ਚਾਹੁੰਦਾ। ਉਹ ਦਿਨ ਮੈਨੂੰ ਆਪਣੇ ਆਪ 'ਤੇ ਮਹਿਸੂਸ ਹੋਇਆ ਵੀ ਨਹੀਂ, ਔਖਾ ਕੰਮ। ਆਪਣੇ ਮਾਂ ਪਿਓ ਦੀ ਹਾਲ ਬਦਲਣ ਲਈ ਮੈਨੂੰ ਮਤਲਬ ਮੈਂ ਉਦੋਂ ਵੀ ਹਜੇ ਕੋਈ ਜ਼ਿਆਦਾ ਵੱਡਾ ਨਹੀਂ ਸੀਗਾ। ਮੈਨੂੰ ਯਾਦ ਆ ਵੀ ਉਹ 10 ਕੁ ਸਾਲਾਂ ਦਾ ਹੀ ਹੋਣਾ ਵੀ ਮੈਨੂੰ ਆਹ ਚੀਜ਼ ਜਦੋਂ ਮਹਿਸੂਸ ਹੋਈ, ਕਿਉਂਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਕੁਛ ਆ ਵੀ ਹੋ ਜਾਂਦਾ ਵੀ ਜਦੋਂ ਘਰ ਦੇ ਹਾਲਾਤ ਨਹੀਂ ਠੀਕ ਰਹਿੰਦੇ ਤਾਂ ਬੰਦਾ ਇੱਧਰ ਉੱਧਰੋਂ ਪੈਸੇ ਫੜ ਲੈਂਦਾ ਹੈ, ਉਧਾਰ ਹੋ ਜਾਂਦਾ ਹੈ। ਲੋਕਾਂ ਦਾ ਦੇਣਾ ਵੀ ਬਹੁਤ ਮੁਸ਼ਕਲ ਰਿਹਾ ਉਹ ਦਿਨ। ਤੇ ਫਿਰ ਮੈਂ ਡੈਡੀ ਨੂੰ, ਪਾਪਾ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਨਾ ਤਬਲੇ 'ਤੇ ਆਪਾਂ ਕਿਸੇ ਹੋਰ ਨੂੰ ਨਹੀਂ, ਤੁਸੀਂ ਮੈਨੂੰ ਲੈ ਕੇ ਜਾਇਆ ਕਰੋ। ਪਰ ਰੌਲਾ ਇੱਕ ਆ ਵੀ ਰਹਿੰਦਾ ਸੀ, ਮੈਂ ਛੋਟਾ ਸੀ, ਉਹ ਕਹਿੰਦੇ ਵੀ ਬੱਚਾ ਲੈ ਕੇ ਆ ਜਾਂਦਾ ਨਾਲ, ਕਿਉਂਕਿ ਜਥੇ ਦੇ ਵਿੱਚ ਇੱਕ ਪ੍ਰੋਪਰ ਜਥਾ ਹੋਣਾ ਚਾਹੀਦਾ ਹੈ ਨਾ। ਚਲੋ ਫਾਦਰ ਸਾਹਿਬ ਨੇ ਮੈਨੂੰ ਨਾ ਕੁਛ ਨਹੀਂ ਕੀਤਾ, ਉਹਨਾਂ ਨੇ ਮੈਨੂੰ ਨਾ ਸਵੇਰ ਵਾਲੀ ਡਿਊਟੀ ਦੇ ਵਿੱਚ ਆਪਣੇ ਨਾਲ ਬਿਠਾਉਣਾ ਸ਼ੁਰੂ ਕਰਤਾ। ਜਿਹੜਾ ਤਬਲੇ ਵਾਲਾ ਆਉਂਦਾ ਸੀ ਉਹ ਵੈਸੇ ਬੈਠਾ ਰਹਿੰਦਾ ਹੁੰਦਾ ਸੀਗਾ, ਪਰ ਮੈਂ ਹਮੇਸ਼ਾ ਸਵੇਰੇ ਮਤਲਬ 2 ਸ਼ਬਦ ਦਾ ਘੱਟੋ ਘੱਟ ਵਜਾ ਕੇ ਆਉਂਦਾ ਹੁੰਦਾ ਸੀਗਾ। ਉਹ ਮੇਰਾ ਇੱਕ ਨਿਤਨੇਮ ਬਣ ਗਿਆ ਉੱਥੋਂ। ਫਿਰ ਮੈਨੂੰ ਫਾਦਰ ਸਾਹਿਬ ਨੇ ਤਬਲੇ ਦੀ ਤਾਲੀਮ ਤਾਂ ਦਿੱਤੀ ਨਾਲ ਮੈਂ ਸੰਥਿਆ ਵੀ ਲਿੱਤੀ ਗੁਰਬਾਣੀ ਦੀ। ਤੁਸੀਂ ਆਪਣੇ ਪਿਤਾ ਜੀ ਤੋਂ ਹੀ ਸਿੱਖਿਆ ਕਿ ਯੂਨੀਵਰਸਿਟੀ ਜਾਂ ਅੱਗੇ ਕਾਲਜ ਦੇ ਵਿੱਚ ਤੁਸੀਂ ਕਿਸੇ ਗੁਰੂ ਨੂੰ ਅੱਗੇ ਵੀ ਆਪਣਾ ਇਸੇ ਫੀਲਡ ਦੇ ਵਿੱਚ ਕੋਈ ਸਿੱਖਿਆ ਵੀ ਲਈ? ਜੀ ਬਿਲਕੁਲ। ਮੈਂ ਜਿਵੇਂ ਆਪਣਾ ਜਦੋਂ ਮੈਂ 9th ਕਲਾਸ ਦੇ ਵਿੱਚ ਸੀਗਾ ਤੇ ਉਦੋਂ ਮੈਨੂੰ ਤਬਲਾ ਮੈਂ ਵਜਾ ਲੈਂਦਾ ਸੀਗਾ, ਪਰ ਇੱਕ ਜਿਹਨੂੰ ਕਹਿੰਦੇ ਨੇ ਨਾ ਸਹੀ ਦਿਸ਼ਾ 'ਚ, ਉਹ ਤਬਲਾ ਮੈਨੂੰ ਹਜੇ ਨਹੀਂ ਸੀ ਪਤਾ, ਕਿਉਂਕਿ ਫਾਦਰ ਸਾਹਿਬ ਨੇ ਵੀ ਜਿੰਨਾ ਕੁ ਸਿੱਖਿਆ ਸੀਗਾ ਮੈਨੂੰ ਓਨਾ ਕੁ ਤਾਂ ਸਿਖਾਇਆ ਹੀ ਸੀਗਾ। ਇੱਕ ਸਹੀ ਪ੍ਰੋਪਰ ਗਾਈਡੈਂਸ ਲਈ ਹੈ ਨਾ। ਮੈਂ ਇੱਕ ਦਿਨ ਸਕੂਲ 'ਚ ਸਾਡੇ ਕੰਪੀਟੀਸ਼ਨ ਸੀਗਾ ਅਤੇ ਅਸੀਂ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਸੀਗੇ ਅਤੇ ਮੈਂ ਤਬਲਾ ਵਜਾ ਰਿਹਾ ਸੀਗਾ। ਇੱਕ ਮੁੰਡਾ ਆਇਆ, ਕਹਿੰਦਾ ਸਰ ਵੀ ਮੈਂ ਵੀ ਤਬਲਾ ਵਜਾ ਲੈਣਾ ਜੀ, ਅਤੇ ਮੈਂ ਤਬਲਾ ਵਜਾਉਣਾ ਚਾਹੁੰਦਾ ਵੀ ਆਹ ਮੁੰਡੇ ਨੂੰ ਕਹੋ ਵੀ ਤੂੰ ਗਰੁੱਪ ਸੌਂਗ 'ਚ ਗਾ ਲੈ। ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਵੀਰੇ ਤੁਸੀਂ ਤਬਲਾ ਵਜਾ ਲਓ, ਤੁਸੀਂ ਵੱਡੇ ਹੋ, ਵੀ ਮੈਂ ਗਾ ਲਾਂਗਾ। ਅਤੇ ਮੈਂ ਗਾ ਵੀ ਲੈਂਦਾ ਹੁੰਦਾ ਸੀਗਾ ਮਾੜਾ ਮੋਟਾ। ਅਤੇ ਜਦੋਂ ਉਹਨੇ ਤਬਲਾ ਵਜਾਇਆ ਨਾ, ਮਤਲਬ ਮੇਰੇ ਰੋਂਟੇ ਖੜੇ ਹੋ ਗਏ ਵੀ ਇੱਦਾਂ ਦਾ ਵੀ ਤਬਲਾ ਹੁੰਦਾ, ਹੈਰਾਨ ਪਰੇਸ਼ਾਨ। ਮੈਂ ਕਿ ਇਹ ਇੱਦਾਂ ਕਿੱਦਾਂ ਹੋ ਸਕਦਾ। ਉਹਦਾ ਨਾਮ ਸੀ ਮਨਮੋਹਨਪ੍ਰੀਤ ਸਿੰਘ। ਉਹ ਮਤਲਬ ਉਹ ਮੇਰੀ ਜ਼ਿੰਦਗੀ 'ਚ ਫਸਟ ਟਾਈਮ ਆਇਆ ਅਤੇ ਉਹ ਫਿਰ ਮੇਰੀ ਲਾਸਟ ਜਦੋਂ ਤੱਕ ਸਾਹ ਨੇ ਉਹ ਰਹੂਗਾ। ਅਤੇ ਉਹਨੇ ਆਇਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿਹਨਾਂ ਕੋਲੋਂ ਸਿੱਖਦੇ ਹੋ? ਤਾਂ ਉਹਨਾਂ ਨੇ ਮੇਰੇ ਗੁਰੂ ਜੀ ਦਾ ਨਾਮ ਲਿਆ, ਡਾਕਟਰ ਜਗਮੋਹਨ ਸ਼ਰਮਾ ਜੀ, ਪੰਜਾਬ ਘਰਾਣੇ ਦੇ ਨੇ ਅਤੇ ਬਹੁਤ ਹੀ ਫੇਮਸ ਅਤੇ ਕਮਾਲ ਦੇ ਤਬਲਾ ਵਾਦਕ ਨੇ, ਅਤੇ ਹੁਣ ਉਹ ਰਿਟਾਇਰਡ ਪ੍ਰੋਫੈਸਰ ਨੇ GCG ਕਾਲਜ ਪਟਿਆਲਾ ਤੋਂ। ਅਤੇ ਮੈਨੂੰ ਕਹਿੰਦੇ ਵੀ ਤੂੰ ਚੱਲ ਮੇਰੇ ਉਸਤਾਦ ਜੀ ਕੋਲ ਚੱਲ, ਵੀ ਆਪਾਂ ਉੱਥੇ ਵੀ ਸ਼ੁਰੂ ਕਰਦੇ ਹਾਂ। ਉਹ ਦਿਨ ਮੈਂ ਉਸਤਾਦ ਜੀ ਕੋਲ ਗਿਆ। ਮੈਂ ਪਹਿਲੇ ਦਿਨ ਗਿਆ ਅਤੇ ਘਰ ਦੇ ਵਿੱਚ ਕਲੀ ਹੋ ਰਹੀ ਸੀਗੀ
ਸਾਰੇ ਬੱਚੇ ਜਿਵੇਂ ਆਪਣੇ ਉਸਤਾਦ ਲਈ ਹੈ ਨਾ ਸੇਵਾ ਕਰਦੇ ਨੇ, ਤੇ ਮੈਂ ਸੇਵਾ ਕੀਤੀ ਉੱਥੇ ਜਾ ਕੇ, ਮੈਂ ਵੀ ਕਲੀ ਤਾਰਨੀ ਸ਼ੁਰੂ ਕਰਤੀ। ਫਿਰ ਮੇਰੇ ਉਸਤਾਦ ਜੀ ਨੇ ਵੇਖਿਆ ਵੀ ਉਸਤਾਦ ਤਾਂ ਜਿਹੜੇ ਪੁਰਾਣੇ ਹੁੰਦੇ ਨੇ ਉਹ ਵਾਕਈ ਉਸਤਾਦ ਹੁੰਦੇ ਨੇ, ਅੱਜ ਕੱਲ੍ਹ ਵਾਲੇ ਤਾਂ ਹੈ ਨਹੀਂ। ਅਤੇ ਉਹਨਾਂ ਨੇ ਵੇਖਿਆ ਵੀ ਸੇਵਾ ਭਾਵਨਾ ਵੀ ਹੈਗੀ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਬੇਟੇ ਤੁਸੀਂ ਕਿਹਦੇ ਨਾਲ ਆਏ ਹੋ? ਫਿਰ ਮੈਂ ਦੱਸਿਆ ਵੀ ਮੈਂ ਇੱਦਾਂ ਮਨਮੋਹਨਪ੍ਰੀਤ ਸਿੰਘ ਨਾਲ ਆਇਆ। ਉਹ ਦਿਨ ਉਹਨਾਂ ਨੇ ਮੈਨੂੰ ਗਾਈਡੈਂਸ ਦੇਣੀ ਸ਼ੁਰੂ ਕੀਤੀ, ਅਤੇ ਅੱਜ ਮੈਨੂੰ ਉਹਨਾਂ ਕੋਲ 12 ਸਾਲ ਹੋ ਗਏ ਨੇ, ਅਤੇ ਮੇਰੀ ਅੱਜ ਪੰਜਾਬ ਘਰਾਣੇ ਦੀ ਸਿੱਖਿਆ ਤਾਂ ਚੱਲ ਹੀ ਰਹੀ ਹੈ ਤਬਲੇ 'ਚ। ਪਲੱਸ ਉਸ ਤੋਂ ਇਲਾਵਾ ਮੈਨੂੰ ਹੋਰ ਵੀ ਘਰਾਣਿਆਂ ਦੇ ਉਹ ਨਾਲ ਤਬਲੇ ਦੀ ਸਿਖਲਾਈ ਦੇ ਰਹੇ ਨੇ। ਨਰਿੰਦਰਪਾਲ, ਤੁਸੀਂ ਹੁਣ ਤੱਕ ਕਿੰਨੀ ਪੜ੍ਹਾਈ ਕੀਤੀ ਹੈ? ਮੈਂ ਨਾ ਜਦੋਂ ਪੜ੍ਹਦਾ ਹੁੰਦਾ ਸੀਗਾ, ਜਦੋਂ ਮੈਂ 10th 'ਚ ਸੀਗਾ ਨਾ, ਅਤੇ ਮੈਂ ਉਸਤਾਦ ਜੀ ਕੋਲ ਗਿਆ ਇੱਕ ਦਿਨ, ਅਤੇ ਮੈਨੂੰ ਉਸਤਾਦ ਜੀ ਨੇ ਕਿਹਾ ਵੀ ਤੂੰ ਸਕੂਲ ਕਿਉਂ ਨਹੀਂ ਜਾ ਰਿਹਾ? ਆਰਥਿਕ ਹਾਲਾਤ ਦੀ ਕਮਜ਼ੋਰੀ ਸੀ, ਮੈਂ ਕਿਹਾ ਪੜ੍ਹ ਨਹੀਂ ਸੀ ਪਾ ਰਿਹਾ ਮੈਂ। ਅਤੇ ਉਹਨਾਂ ਨੂੰ ਤਾਂ ਮੈਂ ਦੱਸਾਂ ਨਾ ਵੀ ਪ੍ਰੋਬਲਮ ਕੀ ਹੈ। ਮੈਂ ਕਿਹਾ ਸਰ ਮੈਂ ਨਹੀਂ ਪੜ੍ਹਨਾ ਜੀ, ਮੈਂ ਹੁਣ ਤਬਲਾ ਹੀ ਵਜਾਣਾ। ਮੈਨੂੰ ਕਹਿੰਦੇ ਫਿਰ ਠੀਕ ਹੈ, ਇੰਨਾ ਕੁ ਤੂੰ ਤਬਲਾ ਵਜਾ ਹੀ ਲੈਣਾ ਵੀ ਤੇਰਾ ਸਰ ਜਾਏਗਾ ਕੰਮ, ਤਬਲਾ ਸਿੱਖਣ ਦੀ ਲੋੜ ਨਹੀਂ ਹੈਗੀ। ਮੈਨੂੰ ਕਲਾਸ 'ਚੋਂ ਕੱਢਤਾ ਉਹਨਾਂ ਨੇ। ਮੈਨੂੰ ਕਹਿੰਦੇ ਜੇ ਬੰਦੇ ਦੀ ਪੜ੍ਹਾਈ ਨਹੀਂ ਨਾ ਹੈਗੀ ਅਤੇ ਫਿਰ ਤਬਲਾ ਵੀ ਨਹੀਂ ਹੈਗਾ। ਮਤਲਬ ਮੈਨੂੰ ਉੱਥੇ 70-80 ਬੱਚੇ ਬੈਠੇ ਹੋਏ ਕਲਾਸ ਦੇ ਵਿੱਚ, ਬਹੁਤ ਵੱਡੀ ਕਲਾਸ ਲੱਗਦੀ ਹੈ ਸਾਡੇ ਕੋਲ, ਬੱਚੇ ਬਹੁਤ ਆਉਂਦੇ ਸੀਗੇ ਉੱਥੇ। ਮੈਨੂੰ ਐਵੇਂ ਲੱਗਾ ਵੀ ਬੜੀ ਬੇਇੱਜ਼ਤੀ ਹੋਈ ਯਾਰ। ਮੈਂ ਅਗਲੇ ਦਿਨ ਫਾਦਰ ਸਾਹਿਬ ਨੂੰ ਫਿਰ ਬੇਨਤੀ ਕੀਤੀ, ਮੈਂ ਪਾਪਾ ਵੀ 10th 'ਚ ਐਡਮਿਸ਼ਨ ਕਰਾਉਣੀ ਹੈ। ਹੁਣ ਪਾਪਾ ਤਾਂ ਚਾਹੁੰਦੇ ਸੀਗੇ ਪਰ ਮਜਬੂਰੀ ਬੜੀ ਸੀਗੀ। ਡੈਡੀ ਕਹਿੰਦੇ ਕੋਈ ਗੱਲ ਨਹੀਂ, ਆਪਾਂ ਕਰਾਵਾਂਗੇ ਤੇਰੀ ਐਡਮਿਸ਼ਨ ਕਰਾਵਾਂਗੇ, ਐਡੀ ਐਡੀ ਗੱਲ ਹੈ ਨਾ। ਹੁਣ ਉਹ ਤਾਂ ਮੈਨੂੰ ਪਤਾ ਸੀ ਨਾ ਵੀ ਹਾਲਾਤ ਕੀ ਚੱਲ ਰਹੇ ਸੀਗੇ। ਚਲੋ ਮੈਂ ਨਾ ਅਗਲੇ ਦਿਨ ਫਿਰ ਉਸਤਾਦ ਜੀ ਕੋਲ ਆਇਆ। ਮੈਂ ਕਿਹਾ ਸਰ ਵੀ ਇੱਦਾਂ ਨਾ ਪ੍ਰੋਬਲਮਸ ਹੈਗੀਆਂ ਨੇ, ਵੀ ਮਜਬੂਰੀ ਕਰਕੇ ਨਹੀਂ ਪੜ੍ਹ ਪਾ ਰਿਹਾ। ਮੈਨੂੰ ਕਹਿੰਦੇ ਪੜ੍ਹਨਾ ਤਾਂ ਪੈਣਾ ਹੀ ਹੈ। ਮੈਨੂੰ ਫਿਰ ਉਸਤਾਦ ਜੀ ਨੇ ਵੀ ਹੈਲਪ ਕੀਤੀ, ਪਰ ਮੈਨੂੰ ਪੁਸ਼ ਉਸਤਾਦ ਜੀ ਨੇ ਕੀਤਾ ਸੀ। ਮੈਂ ਤਾਂ ਛੱਡ ਚੁੱਕਾ ਸੀਗਾ ਪੜ੍ਹਾਈ। ਜੇ ਉਸਤਾਦ ਜੀ ਨਾ ਹੁੰਦੇ ਸ਼ਾਇਦ ਮੈਂ 10th ਨਾ ਕਰ ਪਾਉਂਦਾ। ਮੈਂ ਬਹਾਨੇ ਵੀ ਬੜੇ ਮਾਰੇ ਨਾ, ਮੈਂ ਕਿਹਾ ਮੈਨੂੰ ਪਤਾ ਮੈਂ ਪਾਸ ਹੀ ਨਹੀਂ ਹੋਣਾ। ਮੈਂ ਇੱਦਾਂ ਦੇ ਬਹਾਨੇ ਵੀ ਬੜੇ ਮਾਰਦਾ ਸੀ ਵੀ ਬਚ ਜਾਵਾਂ ਜੀ, ਵੀ ਕਿਉਂਕਿ ਮਜਬੂਰੀ ਸੀਗੀ, ਬਹਾਨਾ ਕੁਝ ਹੋਰ ਹੁੰਦਾ ਸੀਗਾ। ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਪੜ੍ਹ। ਮੈਂ ਪੜ੍ਹਿਆ, ਮੇਰੀ 10th 'ਚ ਐਡਮਿਸ਼ਨ ਹੋ ਗਈ, ਮੈਂ ਪਾਸ ਹੋ ਗਿਆ। ਮੈਨੂੰ ਕਹਿੰਦੇ ਅੱਛਾ ਵਧੀਆ ਹੋ ਗਿਆ। ਮੈਂ 1 ਸਾਲ ਬਾਅਦ ਗਿਆ, ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਵੀ ਮੈਂ 10th 'ਚ ਪਾਸ ਹੋ ਗਿਆ। ਕਹਿੰਦੇ ਵਧੀਆ। ਫਿਰ ਕਹਿੰਦੇ +1 'ਚ ਐਡਮਿਸ਼ਨ ਕਰਾ। ਮੈਂ ਕਿਹਾ ਕੋਈ ਗੱਲ ਨਹੀਂ ਕਰਾ ਲਾ, ਕਹਿੰਦੇ ਟੈਨਸ਼ਨ ਨਹੀਂ ਲੈਣੀ। +1 'ਚ ਐਡਮਿਸ਼ਨ ਕਰਾਈ। ਕਹਿੰਦੇ ਆ ਤਾਂ ਕੋਈ ਨਹੀਂ, ਅੱਗੋਂ ਆ ਗਈ +2, ਉੱਥੇ ਆ ਕੇ ਫਿਰ ਉਹੀ ਗੜਬੜ। ਫਿਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ, ਜੇ 10th ਨਿਕਲ ਜਾਏਗੀ ਨਾ +2 ਵੀ ਨਿਕਲ ਜਾਏਗੀ। ਫਿਰ ਹੁਣ ਦੁਬਾਰਾ ਫਿਰ ਉਹੀ ਗੱਲ ਹੋਈ, ਫਿਰ ਐਡਮਿਸ਼ਨ ਕਰਾਈ, ਫਿਰ +2 ਹੋ ਗਈ ਮੇਰੀ ਕਲੀਅਰ। ਜਿੱਦਣ ਮੈਂ +2 ਹੋਈ ਨਾ, ਫਿਰ ਉਦੋਂ ਤੱਕ ਤਾਂ ਮਤਲਬ ਮੈਂ ਪੂਰਾ ਪਰੇਸ਼ਾਨ ਹੋ ਚੁੱਕਾ ਸੀਗਾ ਵੀ ਇੱਦਾਂ ਹੁਣ ਵੀ ਇਸ ਤੋਂ ਜ਼ਿਆਦਾ ਧੱਕਾ ਨਹੀਂ ਕਰ ਸਕਦੇ। ਪਰਿਵਾਰ 'ਚ ਵੀ ਬਹੁਤ ਔਖਾ ਹੋ ਰਿਹਾ ਸੀਗਾ, ਕਿਉਂਕਿ ਉਸ ਟਾਈਮ ਮੇਰੀ ਸਿਸਟਰ ਵੀ BA ਕਰ ਚੁੱਕੇ ਸੀਗੇ, ਅਤੇ ਉਹਨੇ MA 'ਚ ਐਡਮਿਸ਼ਨ ਲੈਣੀ ਸੀ। ਅਤੇ ਮੇਰੀ ਸਿਸਟਰ ਮੇਰੇ ਉਸਤਾਦ ਜੀ ਦੀ ਹੀ ਸਟੂਡੈਂਟ ਹੈ। ਉਹਦਾ ਨਾਮ ਸੰਦੀਪ ਕੌਰ ਹੈ, ਅਤੇ ਉਹ ਬੇਸਿਕਲੀ ਵੋਕਲਿਸਟ ਹੈ, ਪਰ ਪਲੱਸ ਉਹ ਨਾਲ ਸਿਤਾਰ ਦੀ ਵੀ ਬਹੁਤ ਅੱਛੀ ਆਰਟਿਸਟ ਹੈ। ਸਿਤਾਰ ਬਹੁਤ ਅੱਛਾ ਵਜਾਉਂਦੇ ਨੇ, ਕਿਉਂਕਿ ਉਸਤਾਦ ਜੀ ਕੋਲ ਗਾਈਡੈਂਸ ਚੱਲਦੀ ਰਹੀ ਹੈ। ਨਾਲੇ ਉਹ ਨਾਰਥ ਜ਼ੋਨ ਵਿਨਰ ਵੀ ਨੇ ਫੋਕ ਔਰਕੈਸਟਰਾ ਦੇ ਵਿੱਚ। ਉਦੋਂ ਉਸਤਾਦ ਜੀ ਨੇ ਫੋਕ ਔਰਕੈਸਟਰਾ ਕੁੜੀਆਂ ਦਾ ਲੈ ਕੇ ਗਏ ਸੀਗੇ। ਪਹਿਲੀ ਵਾਰ ਐਸੀ ਪਰਫੋਰਮੈਂਸ ਹੋਈ ਜਿਹਦੇ ਵਿੱਚ ਸਾਰੇ ਫੋਕ ਸਾਜ਼ ਇੰਸਟਰੂਮੈਂਟ ਕੁੜੀਆਂ ਨੇ ਪਲੇ ਕੀਤੇ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ ਵੀ +2 ਹੋਈ। +2 ਤੋਂ ਬਾਅਦ ਮੈਨੂੰ ਉਸਤਾਦ ਜੀ ਕਹਿੰਦੇ ਵੀ ਹੁਣ ਤਾਂ ਤੇਰਾ ਸ਼ਾਨ ਦਾ ਟਾਈਮ ਆ ਗਿਆ, BA ਦੇ ਵਿੱਚ ਤੂੰ ਯੂਥ ਫੈਸਟੀਵਲ 'ਚ ਵਜਾਏਂਗਾ। ਉਹ ਦਿਨ ਹੋਇਆ ਅਤੇ ਮੈਨੂੰ BA 'ਚ ਐਡਮਿਸ਼ਨ ਲਿੱਤੀ ਮੈਂ, ਅਤੇ ਨਾਲ ਦੀ ਨਾਲ ਹੀ ਮੇਰਾ ਪਹਿਲੇ ਸਾਲ ਹੀ ਗੋਲਡ ਆ ਗਿਆ। ਪਹਿਲੇ ਸਾਲ ਹੀ ਗੋਲਡ ਆਇਆ। ਫਿਰ ਮੇਰੀ BA ਫਸਟ ਈਅਰ ਹੋ ਗਈ, ਸੈਕਿੰਡ ਈਅਰ ਹੋ ਗਈ, ਥਰਡ ਈਅਰ ਵੀ ਹੋ ਗਈ। ਪਰ ਇਸ ਜਗ੍ਹਾ 'ਤੇ ਆ ਕੇ ਮੇਰਾ ਬਹੁਤ ਇੱਕ ਬੈਲੈਂਸ ਬਣਿਆ। ਕੀ ਬੈਲੈਂਸ ਬਣਿਆ ਵੀ ਮੈਂ BA ਦੇ ਵਿੱਚ ਆ ਕੇ ਆਪ ਖੁਦ ਪ੍ਰੋਗਰਾਮ ਕਰਨ ਲੱਗ ਗਿਆ ਸੀਗਾ। ਉਹਦੇ ਨਾਲ ਆਰਥਿਕਤਾ ਨੂੰ ਸਹਾਰਾ ਮਿਲਿਆ। ਫਿਰ ਮੈਨੂੰ ਆਹ ਹੋਇਆ ਵੀ ਮੇਰੇ ਫਾਦਰ ਸਾਹਿਬ ਨੂੰ ਵੀ ਆਹ ਹੋਇਆ ਵੀ ਹੁਣ ਥੋੜ੍ਹਾ ਜਿਹਾ ਚੱਲਣ ਲੱਗ ਗਿਆ ਕੰਮ, ਕਿਉਂਕਿ ਮੇਰੀ ਵੱਡੀ ਸਿਸਟਰ ਵੀ ਪੜ੍ਹ ਰਹੀ ਸੀਗੀ। ਮੇਰੀਆਂ 2 ਸਿਸਟਰ ਨੇ, ਅਤੇ ਉਹ ਵੀ ਪੜ੍ਹ ਰਹੀਆਂ ਸੀਗੀਆਂ ਦੋਨੇ ਹੀ। ਇੱਕ MSc ਫੈਸ਼ਨ ਡਿਜ਼ਾਈਨਿੰਗ ਹੈ, ਅਤੇ ਫਿਰ ਮੈਂ ਮਾਸਟਰ ਕਰਨੀ ਸੀਗੀ। ਮੈਨੂੰ ਫਿਰ ਉਸਤਾਦ ਜੀ ਨੇ ਦੇਖਿਆ ਵੀ ਇਹਨਾਂ ਦਾ ਥੋੜ੍ਹਾ ਜਿਹਾ ਮਜਬੂਰੀ ਹੈਗੀ। ਫਿਰ ਮੈਨੂੰ ਉਸਤਾਦ ਜੀ ਨੇ ਨੋਨ ਤਾਂ ਸਾਰੇ ਹੀ ਹੁੰਦੇ ਨੇ ਇੱਕ ਦੂਜੇ 'ਤੇ, ਅਤੇ ਉਹਨਾਂ ਨੇ ਮੈਨੂੰ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
ਬਤੌਰ ਆ ਤਬਲਾ ਪਲੇਅਰ ਐਜ਼ ਅ ਟੀਚਰ ਉੱਥੇ ਜੁਆਇਨ ਕਰਾਇਆ ਮੈਨੂੰ। ਅਤੇ ਫਿਰ ਉਦੋਂ ਮੇਰਾ ਥੋੜ੍ਹਾ ਜਿਹਾ ਇਨਕਮ ਸੋਰਸ ਵੀ ਵਧੀਆ ਹੋ ਗਿਆ, ਨਾਲ ਮੇਰੇ ਪਲੱਸ ਪ੍ਰੋਗਰਾਮ ਵੀ ਚੱਲਣੇ ਸ਼ੁਰੂ ਹੋ ਗਏ। ਜਦੋਂ ਮੈਂ ਪ੍ਰੋਗਰਾਮ ਕਰਨ ਲੱਗਾ ਤਾਂ ਮੈਂ ਉਸ ਟਾਈਮ 'ਚ ਮਤਲਬ ਮਜਬੂਰੀ 'ਚ ਮੈਂ ਹਰ ਇੱਕ ਤਰੀਕੇ ਦਾ ਪ੍ਰੋਗਰਾਮ ਕੀਤਾ, ਵੀ ਜਿਹੜੀ ਮੇਰੀ ਲਾਈਨ ਵੀ ਨਹੀਂ ਸੀ ਨਾ, ਮੈਂ ਉਸ ਲਾਈਨ ਨੂੰ ਵੀ ਚੂਜ਼ ਕੀਤਾ ਸੀਗਾ। ਮੈਂ ਜਗਰਾਤੇ ਵੀ ਰਾਤ ਦੇ ਰਾਤ ਵਜਾਏ। ਮਤਲਬ ਮੈਂ ਪਹਿਲੀ ਵਾਰ ਜਦੋਂ ਜਗਰਾਤਾ ਵਜਾਉਣ ਗਿਆ ਸੀ ਤਾਂ ਮੈਨੂੰ ਸਿਰਫ 200 ਰੁਪਇਆ ਹੀ ਮਿਲਿਆ ਸੀਗਾ। ਅਤੇ ਫਿਰ ਮੈਂ ਹੌਲੀ ਹੌਲੀ ਮਤਲਬ ਮੈਨੂੰ ਆ ਸੀਗਾ ਵੀ ਚਲੋ 200 ਤਾਂ ਆ ਹੀ ਰਿਹਾ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਵੀ ਮੈਂ ਆਪਣਾ ਘਰ ਦਾ ਇਨਕਮ ਸੋਰਸ ਚਲਾਈ ਜਾ ਰਿਹਾ ਸੀ। ਮੈਂ ਪੜ੍ਹਾਈ ਵੀ ਕਰਦਾ ਸੀ, ਘਰ ਦੇ ਪੈਸੇ ਵੀ ਦਿੰਦਾ ਸੀਗਾ। ਮੈਨੂੰ ਆ ਸੀਗਾ ਜਿੰਨਾ ਘਰੇ ਹੈਲਪ ਹੋ ਸਕੇ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਇੱਕ ਫਾਦਰ ਸਾਹਿਬ ਹੀ ਸੀਗੇ ਜਿਹੜੇ ਕਮਾਉਣ ਵਾਲੇ ਸੀਗੇ, ਹੋਰ ਤਾਂ ਕੋਈ ਨਹੀਂ ਸੀਗਾ। ਕਿਉਂਕਿ ਦਾਦਕੇ ਪਰਿਵਾਰ 'ਚ ਵੀ ਸਭ ਤੋਂ ਮਤਲਬ ਜਿਵੇਂ ਕਹਿੰਦੇ ਨਾ ਮੋਢਿਆਂ 'ਤੇ ਜਿਹਦੇ ਜਾਨ ਹੁੰਦੀ ਭਾਰ ਹੈਗਾ, ਅਤੇ ਉਹੀ ਬੰਦੇ ਨੂੰ ਜ਼ਿਆਦਾ ਖਿੱਚ ਧਰੂ ਕਰਦੇ ਨੇ। ਅਤੇ ਉਹ ਫਾਦਰ ਸਾਹਿਬ ਕਰਕੇ ਉੱਧਰ ਵੀ ਸਾਰਾ ਜਾਂਦਾ ਸੀਗਾ। ਪਰ ਇਹ ਵੀ ਫਾਦਰ ਸਾਹਿਬ ਨੇ ਮਤਲਬ ਸ਼ੁਰੂ ਤੋਂ ਪੁਸ਼ ਕੀਤਾ, ਉਹਨਾਂ ਨੇ ਆਪਣੇ ਆਪ ਨੂੰ, ਮੈਨੂੰ ਉਹਨਾਂ ਤੋਂ ਹੀ ਇਹ ਸਾਰੀ ਸੇਧ ਮਿਲੀਆਂ ਨੇ। ਹੁਣ ਤੱਕ ਤੁਸੀਂ ਕਿੱਥੇ ਤਬਲਾ ਵਾਦਕ ਦੇ ਰੂਪ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਚੁੱਕੇ ਹੋ? ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੈਨੂੰ ਮੇਰੇ ਜਗਮੋਹਨ ਸਰ ਨੇ ਮੈਨੂੰ ਜਦੋਂ ਤਬਲਾ ਸ਼ੁਰੂ ਕਰਵਾਇਆ ਤਾਂ ਉਹਨਾਂ ਨੇ ਪਹਿਲੀ ਪਰਫਾਰਮੈਂਸ ਮੇਰੀ, ਮੈਨੂੰ ਅੱਜ ਵੀ ਯਾਦ ਹੈ ਵੀ ਮੇਰੀ 45 ਮਿੰਟ ਦੀ ਪਰਫਾਰਮੈਂਸ ਸੀ। ਸਾਡੀ ਗਰੁੱਪ ਤਬਲਾ ਸੋਲੋ ਦੀ ਪਰਫਾਰਮੈਂਸ ਸੀ, ਕਾਲੀ ਮਾਤਾ ਮੰਦਿਰ ਪਟਿਆਲਾ, ਉੱਥੇ ਲਾਈਵ ਹੋਈ ਸੀਗੀ ਪਹਿਲੀ ਵਾਰ ਪਰਫਾਰਮੈਂਸ। ਉਹ ਦਿਨ ਮਤਲਬ ਮੈਨੂੰ ਐਵੇਂ ਲੱਗਾ ਵੀ ਅਸੀਂ ਇੱਕ ਆਰਟਿਸਟ ਬਣ ਸਕਦੇ ਹਾਂ, ਕਿਉਂਕਿ ਪਹਿਲਾਂ ਤਾਂ ਕਦੀ ਹਮੇਸ਼ਾ ਜਦੋਂ ਵੀ ਤਬਲਾ ਵਜਾਇਆ ਤਾਂ ਸਿਰਫ ਕੀਰਤਨ ਨਾਲ ਹੀ ਤਬਲਾ ਵਜਾਇਆ। ਕੀਰਤਨ ਦੇ ਵਿੱਚ ਇੱਕ ਤੁਸੀਂ ਜਥੇ ਦੇ ਰੂਪ ਵਿੱਚ ਜਾਂਦੇ ਹੋ, ਪਰ ਇੱਕ ਸੋਲੋ ਆਰਟਿਸਟ ਬਣਨਾ ਚਾਹੁੰਦਾ ਸੀਗਾ। ਇਹ ਸਾਰਿਆਂ ਦਾ ਖਾਬ ਹੁੰਦਾ ਹੈ। ਅਤੇ ਅਸੀਂ ਜ਼ਾਕਿਰ ਸਾਹਿਬ ਮੇਰੇ ਆਈਡਲ ਨੇ, ਉਸਤਾਦ ਤਾਰਿਕ ਖਾਨ ਸਾਹਿਬ ਮੇਰੇ ਆਈਡਲ ਨੇ, ਇੱਦਾਂ ਹੋਰ ਬੜੇ ਜਿਨ੍ਹਾਂ ਨੂੰ ਮੈਂ ਅੱਜ ਮੈਨੂੰ ਸਭ ਤੋਂ ਜ਼ਿਆਦਾ ਤਬਲਾ ਉਸਤਾਦ ਪੰਡਿਤ ਸੁਰੇਸ਼ ਤਲਵਰਕਰ ਜੀ ਦਾ ਪਸੰਦ ਹੈ। ਮੈਂ ਉਹਨਾਂ ਨੂੰ ਹਮੇਸ਼ਾ ਮੰਨਦਾ। ਤੁਸੀਂ ਕਿੱਥੇ ਪਰਫਾਰਮੈਂਸ ਦੇ ਚੁੱਕੇ ਹੋ? ਅਤੇ ਉਸ ਤੋਂ ਬਾਅਦ ਮਤਲਬ ਜਦੋਂ ਉਸਤਾਦ ਜੀ ਨੇ ਮੈਨੂੰ ਸ਼ੁਰੂ ਕੀਤਾ, ਅਤੇ ਫਿਰ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਤਿਆਰੀ ਕਰ 1 ਸਾਲ, ਅਤੇ ਮੈਂ ਸ਼੍ਰੀ ਬਾਬਾ ਹਰਵੱਲਭ ਸੰਗੀਤ ਸੰਮੇਲਨ ਪਰਫੋਰਮ ਕੀਤਾ। ਉਸ ਤੋਂ ਬਾਅਦ ਮੇਰਾ ਜਿਵੇਂ ਹੌਲੀ ਫਲੋ ਵੱਧਦਾ ਗਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਦੇ ਵਿੱਚ ਕਿੰਨੇ ਪ੍ਰੋਗਰਾਮ ਹੋਏ ਨੇ। ਸੁਨਾਦ ਹੋਇਆ, ਭਾਈ ਰਬਾਬੀ ਸੰਗੀਤ ਸੰਮੇਲਨ ਹੋਇਆ, ਭਾਈ ਮਰਦਾਨਾ ਪ੍ਰੋਗਰਾਮ ਵੀ ਤੁਸੀਂ ਕੀਤੇ ਨੇ? ਕੌਮਾਂਤਰੀ ਪ੍ਰੋਗਰਾਮ ਮੈਂ ਸੰਗੀਤ ਨਾਟਕ ਅਕੈਡਮੀ ਦੇ ਪ੍ਰੋਗਰਾਮ ਕੀਤੇ ਨੇ, ਅਤੇ ਉਹਦੇ ਵਿੱਚ ਅੱਜ ਕੱਲ੍ਹ ਮੈਂ ਡਾਕਟਰ ਅਲੰਕਾਰ ਸਿੰਘ ਮੁਖੀ ਨੇ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਉਹਨਾਂ ਨਾਲ ਮੈਂ ਜਾ ਰਿਹਾ। ਤਾਂ ਉਹਨਾਂ ਕਰਕੇ ਮੈਨੂੰ ਬਤੌਰ ਸੰਗਤਕਾਰ ਮੈਨੂੰ ਬਹੁਤ ਪ੍ਰੋਗਰਾਮ ਮਿਲੇ। ਤੇ ਤੁਸੀਂ ਦੁਬਈ, ਮਲੇਸ਼ੀਆ ਵੀ ਜਾ ਕੇ ਪ੍ਰੋਗਰਾਮ ਕੀਤੇ? ਜੀ। ਅਤੇ ਮੈਂ ਮੇਰੇ ਸਿਸਟਰ ਨੇ, ਕਜ਼ਨ ਸਿਸਟਰ ਨੇ ਰਾਜਪੁਰਾ ਤੋਂ, ਨਵਨੀਤ ਕੌਰ, ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕੀਰਤਨ ਵਾਸਤੇ ਚੱਲਦੇ ਹਾਂ ਬਾਹਰ। ਅਤੇ ਮੈਨੂੰ ਉਹ ਵੈਸੇ ਕੀਰਤਨ ਵਾਸਤੇ ਲੈ ਕੇ ਗਏ ਸੀਗੇ, ਪਰ ਮੈਂ ਜਦੋਂ ਮਲੇਸ਼ੀਆ ਪਹੁੰਚਿਆ ਨਾ, ਮੈਨੂੰ ਉੱਥੇ ਜਾਣ ਪਛਾਣ ਦੀ ਲੋੜ ਹੀ ਨਹੀਂ ਪਈ। ਉੱਥੇ ਬਹੁਤ ਸਾਰੇ ਤਬਲੇ ਵਾਲੇ ਇੱਕ ਦੂਜੇ ਨੂੰ ਤਬਲੇ ਵਾਲੇ ਨੂੰ ਜਾਣਦੇ ਹੁੰਦੇ। ਫਿਰ ਉਹਨਾਂ ਨੇ ਮੇਰੇ ਉੱਥੇ ਕੌਨਸਰਟਸ ਵੀ ਕਰਾਏ ਸੀਗੇ, ਉੱਥੇ ਬਹੁਤ ਅੱਛੇ ਪ੍ਰੋਗਰਾਮ ਰਹੇ, ਅਤੇ ਉਮੀਦ ਨਹੀਂ ਸੀ ਵੀ ਇੰਨੇ ਵਧੀਆ ਪ੍ਰੋਗਰਾਮ ਹੋਣਗੇ। ਪਲੱਸ ਉਹ ਮਤਲਬ ਉੱਥੋਂ ਮੇਰਾ ਇੱਕ ਲੈਵਲ ਬਣਨਾ ਸ਼ੁਰੂ ਹੋ ਗਿਆ ਸੀਗਾ। ਅਤੇ ਉਸ ਤੋਂ ਬਾਅਦ ਜਦੋਂ ਮੈਂ ਹੁਣ ਥੋੜ੍ਹੀ ਦੇਰ ਪਹਿਲਾਂ ਦੁਬਈ ਜਾ ਕੇ ਆਇਆ, ਦੁਬਈ ਦੇ ਵਿੱਚ ਉੱਥੇ 2-3 ਪਰਿਵਾਰ ਹੈਗੇ ਨੇ, ਬਹੁਤ ਪਿਆਰ ਕਰਦੇ ਨੇ। ਉਹਨਾਂ ਨੇ ਵੀ ਮੇਰਾ ਉੱਥੇ ਸੋਲੋ ਪਰਫਾਰਮੈਂਸ ਰੱਖਿਆ, ਨਾਲ ਐਜ਼ ਅ ਸੰਗਤਕਾਰ ਗੁਰਬਾਣੀ ਸੰਗੀਤ ਦੇ ਨਾਲ ਹੀ ਜੁੜੇ ਹੋਏ, ਉਹਦੇ ਨਾਲ ਵੀ ਮੈਂ ਤਬਲਾ ਪਲੇ ਕੀਤਾ ਉੱਥੇ। ਨਰਿੰਦਰ, ਤੁਸੀਂ ਬਹੁਤ ਜਲਦੀ ਯੂਨੀਵਰਸਿਟੀ ਵੀ ਜਾਣ ਵਾਲੇ ਹੋ, ਯੂਨੀਵਰਸਿਟੀ ਤੁਸੀਂ ਜੁਆਇਨ ਕਰਨਾ ਹੈ। ਆਪਣੀ ਮਿਹਨਤ ਦੇ ਨਾਲ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੱਚਾ ਕਿਸੇ ਮੁਕਾਮ ਦੇ ਉੱਤੇ ਪਹੁੰਚਦਾ ਹੈ। ਭਵਿੱਖ ਦੀਆਂ ਯੋਜਨਾਵਾਂ ਤੁਹਾਡੀਆਂ ਕੀ ਨੇ? ਭਵਿੱਖ ਦੀਆਂ ਯੋਜਨਾਵਾਂ ਮੈਨੂੰ ਲੱਗਦਾ ਵੀ ਮੈਂ ਜਿੱਥੇ ਇਸ ਟਾਈਮ ਜੋਬ ਕਰ ਰਿਹਾ ਨਾ, ਮੈਨੂੰ ਐਵੇਂ ਲੱਗਦਾ ਵੀ ਉਹਦਾ ਛੋਟਾ ਹੈ ਪਰ ਕੰਮ ਬਹੁਤ ਵੱਡਾ ਸਾਡਾ। ਪਰ ਉਹ ਛੋਟੇ ਉਹਦੇ ਵਾਲੇ ਦਾ ਛੋਟਾ ਹੀ ਉਹਦਾ ਵੇਖਦੇ ਨੇ, ਕੰਮ ਨਹੀਂ ਵੇਖਦੇ ਉਹ। ਮੈਂ ਬਹੁਤ ਕਾਲਜ ਕੰਮ ਕੀਤਾ, ਉਹਨਾਂ ਨੇ ਸਾਡੇ ਰੁਤਬਿਆਂ ਦੇ ਨਾਲ ਜੱਜ ਕੀਤਾ ਜਾਂਦਾ, ਸਾਡੇ ਰੁਤਬਿਆਂ ਦੇ ਨਾਲ ਜੱਜ ਕੀਤਾ ਜਾਂਦਾ। ਉਹ ਸਾਨੂੰ ਆਹ ਕਹਿ ਦਿੰਦੇ ਹੁੰਦੇ ਨੇ ਵੀ ਇੱਥੇ ਪਾਣੀ ਵੀ ਪਿਆਓ ਸਾਨੂੰ ਲਿਆ ਕੇ। ਉਹਨਾਂ ਨੇ ਆਹ ਨਹੀਂ ਦੇਖਣਾ ਵੀ ਇੱਕ ਆਰਟਿਸਟ ਹੈ ਜਾਂ ਨਹੀਂ।
ਉਹਨਾਂ ਨੇ ਆ ਨਹੀਂ ਦੇਖਣਾ ਵੀ ਇਹ ਕਲਾਸ ਦੇ ਵਿੱਚ ਇੱਕ ਲੈਕਚਰ ਵੀ ਲੈ ਰਿਹਾ, ਉਹਨਾਂ ਨੇ ਆ ਨਹੀਂ ਦੇਖਣਾ, ਉਹਨਾਂ ਨੇ ਆ ਕਹਿਣਾ ਵੀ ਤੁਸੀਂ ਸਾਡੇ ਲਈ ਕੀ ਕੀਤਾ। ਮੈਂ ਇਕੱਲਾ ਬੱਚਾ ਇੱਕ ਐਸਾ ਸੀਗਾ ਆਪਣੇ ਕਾਲਜ ਦੇ ਵਿੱਚ ਵੀ ਮੈਂ 12 ਆਈਟਮਾਂ ਇਕੱਲਾ ਵਜਾਨਾ। ਜੇ ਇੱਕ ਆਈਟਮ ਦੀ ਆਪਾਂ ਇੱਕ ਵਾਰ ਰਿਹਰਸਲ ਕਰਨਾ ਤੇ ਉਹ ਕਾਮਯਾਬ ਨਹੀਂ ਹੁੰਦੀ, ਘੱਟੋ ਘੱਟ 10 ਵਾਰ ਤਾਂ ਰਿਹਰਸਲ ਹੁੰਦੀ ਹੈ, ਤੇ 12 ਆਈਟਮਾਂ ਦੀ ਕਿੰਨੀ ਵਾਰ ਰਿਹਰਸਲ ਹੋਏਗੀ, ਹੈ ਨਾ। ਮੈਂ ਉਹ ਸਾਰੀਆਂ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਪਤਾ ਕੀ ਕਿਹਾ ਵੀ ਤੂੰ ਸਾਡੇ ਲਈ ਕੀਤਾ ਕੀ ਹੈ। ਫਿਰ ਕਈ ਵਾਰ ਮਨ ਪਰੇਸ਼ਾਨ ਵੀ ਹੁੰਦਾ, ਪਰ ਇਹ ਹਰ ਇੱਕ ਜਗ੍ਹਾ 'ਤੇ ਪੋਲੀਟਿਕਸ ਚੱਲਦੀ ਰਹਿੰਦੀ ਹੈ। ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਵੀ ਹੈ ਵੀ ਮੇਰੇ ਡਿਪਾਰਟਮੈਂਟ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਉਹਨਾਂ ਨੂੰ ਪਤਾ ਹੈ ਵੀ ਇੱਕ ਆਰਟਿਸਟ ਦੀ ਕਦਰ ਕੀ ਹੁੰਦੀ ਹੈ, ਉਹਨਾਂ ਨੇ ਮੈਨੂੰ ਬਹੁਤ ਪਿਆਰ ਵੀ ਦਿੱਤਾ। ਇਸ ਗੱਲ 'ਚ ਕੋਈ ਮੈਨੂੰ ਮੈਂ ਨਹੀਂ ਸੋਚਾਂਗਾ ਵੀ ਮੈਨੂੰ ਨਹੀਂ ਦਿੱਤਾ। ਨਰਿੰਦਰ, ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜੋ ਵੀ ਸੋਚਿਆ ਹੋਇਆ, ਤੁਹਾਡੇ ਉਹ ਸਾਰੇ ਸੁਪਨੇ ਜਿਹੜੇ ਭਵਿੱਖ ਦੇ ਲਈ ਨੇ ਉਹ ਪੂਰੇ ਹੋਣ। ਅਖੀਰ 'ਚ ਕੀ ਕਹਿਣਾ ਚਾਹੋਗੇ? ਅਖੀਰ 'ਚ ਮੈਂ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਕਦੀ ਵੀ ਨਹੀਂ ਸੋਚਣਾ ਵੀ ਅਸੀਂ ਪਿੱਛੇ ਰਹਿ ਜਾਵਾਂਗੇ। ਹਮੇਸ਼ਾ ਆਪਣੇ ਆਪ ਨੂੰ ਪੁਸ਼ ਕਰੋ। ਮੈਂ ਅੱਜ ਹੀ ਯੂਨੀਵਰਸਿਟੀ ਇੱਕ ਪ੍ਰੋਗਰਾਮ ਕਰਕੇ ਆਇਆ, ਮੈਨੂੰ ਐਵੇਂ ਨਹੀਂ ਸੀ ਲੱਗਦਾ ਵੀ ਮੈਂ ਸ਼ਾਇਦ ਵਜਾ ਪਾਵਾਂਗਾ, ਕਿਉਂਕਿ ਇੱਕ ਯੂਨੀਵਰਸਿਟੀ 'ਚ ਯੂਨੀਵਰਸਿਟੀ ਵਾਲਾ ਲੈਵਲ ਦਿਖਾਉਣਾ ਹੈ ਨਾ। ਪਰ ਉਹ ਜਦੋਂ ਮੈਂ ਵਜਾਇਆ ਮੈਨੂੰ ਐਵੇਂ ਲੱਗਾ ਵੀ ਮਹਿਸੂਸ ਹੋਇਆ ਵੀ ਹਾਂ ਵੀ ਮੈਂ ਕੁਛ ਕਰ ਸਕਦਾ। ਕਦੀ ਵੀ ਆਪਣੇ ਆਪ ਨੂੰ ਹਾਰਨ ਵਾਲਾ ਜਜ਼ਬਾ ਅੰਦਰ ਰੱਖਣਾ ਹੀ ਨਹੀਂ। ਹਮੇਸ਼ਾ ਆਪਣੇ ਆਪ ਨੂੰ ਪੁਸ਼ ਕਰੋ, ਅੱਗੇ ਵਧਦੇ ਰਹੋ, ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹੋ। ਆਪਣੇ ਮਾਂ ਪਿਓ ਦਾ ਹਮੇਸ਼ਾ ਸਾਥ ਦਿਓ, ਆਪਣੇ ਗੁਰੂਜਨਾਂ ਦਾ ਹਮੇਸ਼ਾ ਸਾਥ ਦਿਓ, ਉਹਨਾਂ ਨੂੰ ਕਦੀ ਵੀ ਨਾ ਭੁੱਲੋ। ਅਤੇ ਸਭ ਤੋਂ ਵੱਡੀ ਗੱਲ, ਰੱਬ ਦੇ ਉੱਤੇ ਵਿਸ਼ਵਾਸ ਕਰੋ। ਪਰਮਾਤਮਾ ਹਮੇਸ਼ਾ ਤੁਹਾਡਾ ਸਾਥ ਹੀ ਦੇਗਾ, ਚਾਹੇ ਤੁਸੀਂ ਚੰਗੀ ਜਗ੍ਹਾ 'ਤੇ ਖੜ੍ਹੇ ਹੋ, ਚਾਹੇ ਤੁਸੀਂ ਮਾੜੀ ਜਗ੍ਹਾ 'ਤੇ ਖੜ੍ਹੇ ਹੋ। ਨਰਿੰਦਰ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਹੈ ਤੁਹਾਡੀ ਇਸ ਗੱਲਬਾਤ ਤੋਂ ਜ਼ਰੂਰ ਉਹਨਾਂ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇਗਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਆਰਥਿਕਤਾ ਕਈ ਵਾਰ ਉਹਨਾਂ ਦੇ ਅੱਗੇ ਵਧਣ ਦੇ ਰਾਹ ਦੇ ਵਿੱਚ ਰੋੜਾ ਬਣਦੀ ਹੈ। ਪਰ ਜੇਕਰ ਅਸੀਂ ਆਪਣੇ ਆਪ 'ਤੇ ਯਕੀਨ ਰੱਖੀਏ, ਆਪਣੀ ਮਿਹਨਤ 'ਤੇ ਯਕੀਨ ਰੱਖੀਏ, ਤਾਂ ਅਸੀਂ ਕਿਸੇ ਵੀ ਮੁਕਾਮ ਦੇ ਉੱਤੇ ਪਹੁੰਚ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅਤੇ ਇਸ ਦੇ ਨਾਲ ਹੀ ਮੈਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।